ਹੈਲੋ एवरीवन। ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਜਾਦੂ ਐਜੂਕੇਸ਼ਨ ਸੇ ਤੇ ਮੈਂ ਹਾਂ ਪ੍ਰਿੰਸ ਅਗਰਵਾਲ। ਇੱਕ ਵਾਰ ਫਿਰ ਤੋਂ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਬ ਪੁਲਿਸ ਦੇ ਪ੍ਰੀਵੀਅਸ ਈਅਰ ਕੁਐਸਚਨਸ ਦੇ ਵਿੱਚ ਜੋ ਰੀਜ਼ਨਿੰਗ ਦਾ ਸੈਕਸ਼ਨ ਹੈ ਉਸ ਦੇ ਸੋਲੂਸ਼ਨਸ ਲੈ ਕੇ ਆਏ ਹਾਂ ਜੀ। ਅੱਜ ਆਪਾਂ 25 ਸਤੰਬਰ 2021 ਦੀ ਜੋ ਸ਼ਿਫਟ ਹੋਈ ਹੈ ਸੈਕੰਡ ਸ਼ਿਫਟ ਹੈ ਉਸ ਦਾ ਸੋਲੂਸ਼ਨ ਲੈ ਕੇ ਆਏ ਹਾਂ। ਕਾਂਸਟੇਬਲ ਦਾ ਇਹ ਜੋ ਪੇਪਰ ਹੈ ਜੀ ਪੰਜਾਬ ਪੁਲਿਸ ਕਾਂਸਟੇਬਲ ਦਾ ਪੇਪਰ ਹੈ। ਠੀਕ ਹੈ, ਆਪਾਂ ਤੁਹਾਡੀ ਡਿਮਾਂਡ ਨਾਲ ਇਸ ਸੀਰੀਜ਼ ਨੂੰ ਅੱਗੇ ਵਧਾ ਰਹੇ ਹਾਂ। ਆਉਣ ਵਾਲੇ ਟਾਈਮ ਦੇ ਵਿੱਚ ਕਾਂਸਟੇਬਲ ਤੋਂ ਬਿਨਾਂ ਹੈੱਡ ਕਾਂਸਟੇਬਲ ਐਸਆਈ ਜਾਂ ਹੋਰ ਜੋ ਵੀ ਡਿਪਾਰਟਮੈਂਟ ਦੇ ਪੇਪਰ ਪੰਜਾਬ ਦੇ ਵਿੱਚ ਹੋਏ ਨੇ, ਚਾਹੇ ਆਫਲਾਈਨ ਨੇ ਚਾਹੇ ਆਨਲਾਈਨ ਨੇ, ਆਪਾਂ ਉਹਨਾਂ ਦਾ ਰੀਜ਼ਨਿੰਗ ਸੈਕਸ਼ਨ, ਮੈਥ ਸੈਕਸ਼ਨ, ਇੰਗਲਿਸ਼, ਕੰਪਿਊਟਰ, ਪੰਜਾਬੀ, ਜਿੰਨੇ ਵੀ ਸਬਜੈਕਟਸ ਦਾ ਪਾਰਟ ਉਸ ਦੇ ਵਿੱਚ ਆਏ ਨੇ ਉਹਨਾਂ ਦੇ ਡਿਟੇਲ ਸੋਲੂਸ਼ਨ ਤੁਹਾਨੂੰ ਇੱਥੇ ਪ੍ਰੋਵਾਈਡ ਕਰਵਾਵਾਂਗੇ। ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਆਪਣੇ ਜੋ ਪ੍ਰੀਵੀਅਸ ਈਅਰ ਕੁਐਸਚਨ ਨੇ ਉਹਨਾਂ ਨੂੰ ਇੱਥੇ ਸੋਲਵ ਕਰਨ ਦਾ ਬੇਸਿਕ ਪਰਪਸ ਇਹ ਹੈ, ਆਪਣਾ ਮੂਲ ਮੰਤਵ ਇਹ ਹੈ ਕਿ ਆਪਾਂ ਆਪਣੇ ਆਉਣ ਵਾਲੇ ਪੇਪਰਾਂ ਦੀ ਤਿਆਰੀ ਲਈ ਇੱਕ ਆਧਾਰ ਤਿਆਰ ਕਰ ਸਕੀਏ। ਆਪਣੇ ਦਿਮਾਗ ਦੇ ਵਿੱਚ ਇੱਕ ਆਈਡੀਆ ਹੋਵੇ ਕਿ ਇਹ ਕੁਐਸਚਨ ਆ ਸਕਦੇ ਹਨ, ਇਸ ਤਰ੍ਹਾਂ ਦਾ ਕੁਐਸਚਨ ਇਸ ਡਿਪਾਰਟਮੈਂਟ ਦੁਆਰਾ ਪੁੱਛਿਆ ਜਾਂਦਾ ਹੈ। ਜੇਕਰ ਆਪਾਂ ਗੱਲ ਕਰੀਏ ਰੀਜ਼ਨਿੰਗ ਸੈਕਸ਼ਨ ਦੀ ਤਾਂ ਉਸ ਦੇ ਵਿੱਚ ਵਰਬਲ ਅਤੇ ਨੋਨ ਵਰਬਲ ਸੈਕਸ਼ਨ ਦੇ ਕੁਐਸਚਨ ਦੇਖੇ ਜਾਣ ਤਾਂ 13 ਤੋਂ 14 ਕੁਐਸਚਨ ਪੁੱਛੇ ਗਏ ਸੀ ਕੱਲ ਵਾਲੀ ਸ਼ਿਫਟ ਦੇ ਵਿੱਚ ਜੋ ਆਪਾਂ ਡਿਸਕਸ ਕੀਤੀ ਸੀ। ਨੋਨ ਵਰਬਲ ਸੈਕਸ਼ਨ ਦੀ ਗੱਲ ਕਰੀਏ ਤਾਂ 5 ਤੋਂ 6 ਕੁਐਸਚਨ ਪੁੱਛੇ ਗਏ ਸੀ। ਅੱਜ ਵਾਲੇ ਪੇਪਰ ਵੱਲ ਆਪਾਂ ਅੱਗੇ ਵਧਦੇ ਹਾਂ ਜੀ। ਅੱਜ ਚੈੱਕ ਕਰਦੇ ਹਾਂ ਆਪਣਾ ਪਹਿਲਾ ਕੁਐਸਚਨ। ਠੀਕ ਹੈ, 56 ਨੰਬਰ ਕੁਐਸਚਨ ਆਪਣੇ ਕੋਲ ਵਰਬਲ ਰੀਜ਼ਨਿੰਗ ਦਾ ਆ ਰਿਹਾ, ਨੋਨ ਵਰਬਲ ਰੀਜ਼ਨਿੰਗ ਦਾ ਆ ਰਿਹਾ। ਇਸ ਦੇ ਵਿੱਚ ਆਪਾਂ ਨੂੰ 3 ਡਾਇਗਰਾਮ ਦਿੱਤੇ ਗਏ ਹਨ। ਆਪਾਂ ਨੇ ਚੌਥਾ ਡਾਇਗਰਾਮ ਜੋ ਸੁਟੇਬਲ ਹੈ ਇਸ ਕੁਐਸਚਨ ਦੇ ਆਨਸਰ ਲਈ ਉਹ ਫਾਈਂਡ ਕਰਨਾ ਹੈ ਜੀ। ਪਹਿਲੇ ਡਾਇਗਰਾਮ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਆਪਣਾ ਐਰੋ ਉੱਪਰ ਵੱਲ ਜਾ ਰਿਹਾ। ਸੇਮ ਡਾਇਗਰਾਮ ਸੈਕਿੰਡ ਹੈ ਜੀ, ਉਸ ਦੇ ਵਿੱਚ ਕੀ ਹੋ ਰਿਹਾ ਹੈ, ਉਹ ਐਰੋ ਨੂੰ ਆਪੋਜ਼ਿਟ ਕੀਤਾ ਜਾ ਰਿਹਾ ਨੀਚੇ ਵੱਲ, ਉਸ ਦੀ ਡਾਇਰੈਕਸ਼ਨ ਨਾਰਥ ਤੋਂ ਸਾਊਥ ਕੀਤੀ ਜਾ ਰਹੀ ਹੈ। ਨਾਰਥ ਤੋਂ ਸਾਊਥ ਦਾ ਮਤਲਬ ਆਪਾਂ ਨੂੰ ਪਤਾ ਹੈ ਜੀ, ਨਾਰਥ ਇਹ ਡਾਇਰੈਕਸ਼ਨ ਹੈ, ਸਾਊਥ ਇਹ ਹੈ। ਜੇਕਰ ਆਪਾਂ ਈਸਟ ਵੈਸਟ ਦੀ ਗੱਲ ਕਰੀਏ ਤਾਂ ਇਹ ਡਾਇਰੈਕਸ਼ਨਸ ਆਪਣੇ ਕੋਲ 4 ਮੇਨ ਡਾਇਰੈਕਸ਼ਨਸ ਹਨ। ਠੀਕ ਹੈ, ਫਿਰ ਆਪਾਂ ਤੀਜੀ ਇਕੁਏਸ਼ਨ ਦੇਖਦੇ ਹਾਂ, ਉਸ ਦੇ ਵਿੱਚ ਕਿਸ ਤਰ੍ਹਾਂ ਦਾ ਇਕੁਏਸ਼ਨ ਡਰਾ ਕੀਤੀ ਗਈ ਹੈ। ਇਸ ਤਰ੍ਹਾਂ ਦਾ ਇਹ ਜੋ ਸਟੇਟਮੈਂਟ ਹੈ ਜਾਂ ਡਾਇਗਰਾਮ ਹੈ ਡਰਾ ਕੀਤੀ ਗਈ ਹੈ ਜੀ। ਹੁਣ ਇਸ ਦਾ ਆਨਸਰ ਕੀ ਹੋਵੇਗਾ, ਇਸ ਦਾ ਆਪੋਜ਼ਿਟ ਇਹ ਹੋਵੇਗਾ ਜੀ। ਠੀਕ ਹੈ ਜੀ, ਹੁਣ ਇਹ ਕਿਸ ਆਪਾਂ ਨੂੰ ਆਪਸ਼ਨ ਦੇ ਵਿੱਚ ਮਿਲਦਾ ਹੈ ਜੀ, ਆਪਸ਼ਨ ਨੰਬਰ ਸੀ ਹੈ। ਠੀਕ ਹੈ, ਆਪਸ਼ਨ ਨੰਬਰ ਸੀ ਆਪਣਾ ਆਨਸਰ ਹੈ। ਨੈਕਸਟ ਕੁਐਸਚਨ ਵਾਲਾ ਆਪਾਂ ਮੂਵ ਕਰਦੇ ਹਾਂ ਜੀ। 57 ਨੰਬਰ ਕੁਐਸਚਨ, ਫਿਰ ਤੋਂ ਇੱਕ ਨੋਨ ਵਰਬਲ ਰੀਜ਼ਨਿੰਗ ਦਾ ਕੁਐਸਚਨ ਆਪਣੇ ਕੋਲ ਨਿਕਲ ਕੇ ਆ ਰਿਹਾ ਹੈ ਜੀ। ਠੀਕ ਹੈ ਜੀ, ਇਸ ਦੇ ਵਿੱਚ ਕੀ ਕੀਤਾ ਹੋਇਆ, ਇੱਕ ਕੋਈ ਫਿਗਰ ਜਾਂ ਇੱਕ ਡਾਇਗਰਾਮ ਹੈ, ਉਸ ਦਾ ਇੱਕ ਪਾਰਟ ਮਿਸਿੰਗ ਹੈ। ਇਸ ਦੇ 3 ਪੋਰਸ਼ਨ ਦਿੱਤੇ ਗਏ ਹਨ ਇਸ ਤਰ੍ਹਾਂ ਇਸ ਫਾਰਮ ਦੇ ਵਿੱਚ। ਠੀਕ ਹੈ ਜੀ, ਇਹ ਫਿਗਰ ਹੈ, ਇਸ ਤਰ੍ਹਾਂ ਡਰਾ ਕੀਤੀ ਗਈ। ਆਪਾਂ ਨੇ ਇਹ ਸ਼ੇਡਡ ਰੀਜਨ ਡਰਾ ਕਰਨਾ। ਆਪਾਂ ਚੈੱਕ ਕਰਦੇ ਹਾਂ ਜੀ, ਇਸ ਦੇ ਵਿੱਚ ਜੋ ਇਸ ਤਰ੍ਹਾਂ ਦੇ ਪੁਆਇੰਟ ਹਨ ਜਾਂ ਇਹ ਆਕ੍ਰਿਤੀਆਂ ਦਿੱਤੀਆਂ ਗਈਆਂ ਹਨ। ਇਹ ਡਾਇਗਰਾਮ ਨੇ 1 2 ਤੇ 3 ਅਤੇ 4। ਹੁਣ ਆਪਾਂ ਬਾਈ ਆਪਸ਼ਨ ਕਰਦੇ ਹਾਂ, ਇਸ ਦੇ ਵਿੱਚ 3 ਇਸ ਤਰ੍ਹਾਂ ਦੇ ਡਾਇਗਰਾਮ ਹਨ, ਇਹ ਆਪਣਾ ਆਨਸਰ ਨਹੀਂ ਹੋ ਸਕਦਾ। ਇਸ ਦੇ ਵਿੱਚ 4 ਡਾਇਗਰਾਮ ਹਨ, ਇਹ ਆਪਣਾ ਆਨਸਰ ਹੋ ਸਕਦਾ ਹੈ ਜੀ। ਇਸ ਦੇ ਵਿੱਚ 3 ਡਾਇਗਰਾਮ ਹਨ, 1 2 3, ਇਸ ਦੇ ਵਿੱਚ ਵੀ 3। ਆਪਸ਼ਨ ਨੰਬਰ ਡੀ ਸੀ ਅਤੇ ਇਹ ਆਪਣਾ ਆਨਸਰ ਨਹੀਂ ਹੋ ਸਕਦਾ। ਆਪਣੇ ਕੋਲ ਆਪਸ਼ਨ ਬੀ ਬਚਦੀ ਹੈ ਜੋ ਕਿ ਆਪਣਾ ਆਨਸਰ ਹੋਵੇਗਾ। ਆਪਸ਼ਨ ਨੰਬਰ ਏ ਆਪਣਾ ਆਨਸਰ ਹੈ ਜੀ। ਠੀਕ ਹੈ ਜੀ, ਆਪਸ਼ਨ ਨੰਬਰ ਏ ਦੇ ਵਿੱਚ ਬੀ ਫਿਗਰ ਆਪਣਾ ਆਨਸਰ ਹੋਵੇਗਾ। ਦੋਸਤੋ ਜੇਕਰ ਗੱਲ ਕਰੀਏ ਆਪਾਂ ਐਲੀਮੀਨੇਸ਼ਨ ਦੀ, ਆਪਾਂ ਨੂੰ ਪਤਾ ਹੈ ਕਿ ਵਰਬਲ ਰੀਜ਼ਨਿੰਗ ਅਤੇ ਨੋਨ ਵਰਬਲ ਰੀਜ਼ਨਿੰਗ ਕੁਝ ਕੁਐਸਚਨ ਜਾਂ ਪ੍ਰਸ਼ਨ ਇਹੋ ਜਿਹੇ ਐਗਜ਼ਾਮੀਨਰ ਦੁਆਰਾ ਪੁੱਛੇ ਜਾਂਦੇ ਹਨ ਜੋ ਸਿਰਫ ਆਪਸ਼ਨਾਂ ਨੂੰ ਹੀ ਖਤਮ ਕਰਦੇ ਹੋਏ ਕੀਤੇ ਜਾ ਸਕਦੇ ਹਨ, ਜਾਂ ਬੈਸਟ ਸੁਟੇਬਲ ਆਪਸ਼ਨਸ ਜੋ ਆਪਣੇ ਕੋਲ 2 ਬਚਦੀਆਂ ਹਨ, ਆਪਾਂ ਉਹਨਾਂ ਵਿੱਚੋਂ ਆਨਸਰ ਲਗਾਉਣਾ। ਉਲਟੋ ਜ਼ਿਆਦਾਤਰ ਕੇਸਸ ਦੇ ਵਿੱਚ ਇਹ ਹੋ ਜਾਂਦਾ ਹੈ ਕਿ ਆਪਣੀਆਂ ਸਾਰੀਆਂ ਆਪਸ਼ਨਾਂ ਇਲੀਮੀਨੇਟ ਹੋ ਜਾਂਦੀਆਂ ਨੇ। ਜਿਵੇਂ 57 ਨੰਬਰ ਕੁਐਸਚਨ 'ਚ ਦੇਖਿਆ, ਆਪਣੀ ਆਪਸ਼ਨ ਹਾਂਜੀ ਇਹ ਆਪਣਾ ਗਲਤ ਹੋਇਆ, ਸੀ ਗਲਤ ਹੋ ਗਿਆ, ਡੀ ਹੋ ਗਿਆ ਤੇ ਬੀ ਆਪਣਾ ਸਹੀ ਹੋ ਗਿਆ। ਇੱਕ ਆਪਸ਼ਨ ਆਪਣੇ ਕੋਲ ਬਚੀ ਹੈ। ਠੀਕ ਹੈ, ਸੈਕਿੰਡ ਆਪਸ਼ਨ ਜੋ ਆਪਣੇ ਕੋਲ ਸੈਕਿੰਡ ਡਾਇਗਰਾਮ ਫਸਟ ਆਪਸ਼ਨ। ਠੀਕ ਹੈ, ਓਕੇ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਜੀ। ਫਿਰ ਪਹਿਲਾਂ ਵਾਲੀ ਸ਼ਿਫਟ ਦੀ ਤਰ੍ਹਾਂ ਹੀ ਆਪਣੇ ਕੋਲ ਨੰਬਰ ਸੀਰੀਜ਼ ਦਾ ਕੁਐਸਚਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਮੈਥਮੈਟੀਕਲ ਫਾਰਮ ਦੇ ਵਿੱਚ। ਆਪਾਂ ਆਪਣੀ ਆਫਲਾਈਨ ਕਲਾਸਿਸ ਦੇ ਵਿੱਚ ਡਿਸਕਸ ਬਹੁਤ ਵਧੀਆ ਢੰਗ ਨਾਲ ਕੀਤਾ ਹੋਇਆ ਹੈ ਨੰਬਰ ਸੀਰੀਜ਼ ਵਾਲਾ ਕਨਸੈਪਟ ਹੈ ਜਾਂ ਚੈਪਟਰ ਹੈ ਜੋ ਵੀ ਹੈ ਜੀ। ਠੀਕ ਹੈ, ਚਲੋ ਅੱਜ ਵੀ ਦੇਖਦੇ ਹਾਂ। ਮੈਨੂੰ ਤਾਂ ਇਹ ਲੱਗ ਰਿਹਾ ਕਿ ਆਪਾਂ ਆਫਲਾਈਨ ਕਲਾਸਿਸ ਦੇ ਵਿੱਚ ਇਸ ਨੂੰ ਬਹੁਤ ਵਾਰ ਪ੍ਰੈਕਟਿਸ ਕਰਵਾ ਚੁੱਕੇ ਹਾਂ ਇਹੋ ਜਿਹੇ ਕੁਐਸਚਨ ਦੀ, ਤੇ ਸੇਮ ਕੁਐਸਚਨ ਦੀ ਵੀ ਕਰਵਾਈ ਜਾ ਚੁੱਕੀ ਹੈ।
ਠੀਕ ਹੈ। ਆਪਾਂ ਕੀ ਦੇਖਦੇ ਹਾਂ, ਇਨਕਰੀਜ਼ਿੰਗ ਸੀਰੀਜ਼ ਹੈ ਜੀ, ਜਾਂ ਤਾਂ ਕੁਝ ਇਨਕਰੀਜ਼ਿੰਗ ਸੀਰੀਜ਼ 'ਚ ਆਪਾਂ ਕੀ ਕਹਿ ਸਕਦੇ ਵੀ ਜਾਂ ਤਾਂ ਕੁਝ ਐਡ ਹੋਇਆ ਹੋਊਗਾ ਜਾਂ ਕੁਝ ਮਲਟੀਪਲਾਈ ਹੋਇਆ, ਠੀਕ ਹੈ। ਫਿਰ ਜੇਕਰ ਆਪਾਂ ਗੱਲ ਕਰੀਏ 5 ਤੋਂ 6 ਜਾਣ ਲਈ ਆਪਾਂ ਕੀ ਕਰ ਸਕਦੇ ਹਾਂ, ਇੱਕ ਐਡ ਹੋ ਰਿਹਾ ਹੈ ਜੀ, ਠੀਕ ਹੈ। ਫਿਰ 6 ਤੋਂ 10 ਜਾਣ ਲਈ 4 ਐਡ ਹੋ ਰਿਹਾ ਹੈ, 10 ਤੋਂ 18 ਜਾਣ ਲਈ 8 ਐਡ ਹੋ ਰਿਹਾ ਹੈ ਜੀ, 18 ਤੋਂ 20 ਜਾਣ ਲਈ 2 ਐਡ ਹੋ ਰਿਹਾ। ਫਿਰ ਆਪਾਂ ਨੂੰ ਪਤਾ ਨਹੀਂ, ਅੱਛਾ ਇਸ ਤਰ੍ਹਾਂ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਕਿਤੇ ਵੱਧਦਾ ਨੰਬਰ ਐਡ ਹੋ ਰਿਹਾ ਹੈ, ਕਿਤੇ ਘਟਦਾ ਨੰਬਰ ਐਡ ਹੋ ਰਿਹਾ, ਕਿਤੇ ਵੱਧਦਾ ਕਿਤੇ ਘਟਦਾ, ਆਪਾਂ ਨੂੰ ਨਹੀਂ ਇੱਕ ਐਗਜ਼ੈਕਟ ਫਿਗਰਸ ਨਿਕਲ ਕੇ ਸਾਹਮਣੇ ਆ ਰਹੇ। ਆਪਾਂ ਸੀਰੀਜ਼ ਵਾਲੇ ਚੈਪਟਰ 'ਚ ਡਿਸਕਸ ਕਰਦੇ ਹਾਂ ਕਿ ਸੀਰੀਜ਼ ਨੂੰ ਦੇਖਣ ਦਾ ਇੱਕ ਢੰਗ ਹੁੰਦਾ ਹੈ, ਠੀਕ ਹੈ। ਹੁਣ ਆਪਾਂ ਦੇਖ ਸਕਦੇ ਹਾਂ ਇਹ ਮਿਕਸ ਸੀਰੀਜ਼ ਹੈ ਜੀ, ਇਹ ਸੀਰੀਜ਼ ਦੋ ਪੈਰਲਲ ਸੀਰੀਜ਼ ਚੱਲ ਰਹੀਆਂ ਨੇ। ਇੱਕ ਸੀਰੀਜ਼ ਨੰਬਰ ਜੇਕਰ ਆਪਾਂ ਗੱਲ ਕਰੀਏ ਸੀਰੀਜ਼ ਨੰਬਰ 1 ਦੀ, ਉਹ ਸੀਰੀਜ਼ ਹੈ 5 ਆ ਰਿਹਾ ਹੈ, 10 ਆ ਰਿਹਾ ਹੈ, 20 ਆ ਰਿਹਾ ਹੈ, 40 ਆ ਰਿਹਾ ਹੈ। ਦੂਸਰੀ ਸੀਰੀਜ਼ ਦੀ ਗੱਲ ਕਰੀਏ 6 ਆ ਰਿਹਾ ਹੈ, 18 ਆ ਰਿਹਾ ਹੈ, ਤਾਂ ਅੱਗੇ ਕੀ ਆਏਗਾ, 54 ਆਣਾ ਚਾਹੀਦਾ ਹੈ ਜੀ। ਆਪਾਂ ਉਸ ਦਾ ਕਾਰਨ ਵੀ ਦੇਖ ਲੈਂਦੇ ਹਾਂ ਜੀ। ਪਹਿਲੀ ਸੀਰੀਜ਼ ਕੀ ਹੈ, 2 ਨਾਲ ਗੁਣਾ ਹੋ ਰਿਹਾ ਹੈ, 5 ਗੁਣਾ 10 ਗੁਣਾ 2 20 ਗੁਣਾ 2 40, ਠੀਕ ਹੈ। ਤੀਸਰੀ ਸੀਰੀਜ਼ ਕੀ ਹੈ, ਦੂਸਰੀ ਸੀਰੀਜ਼ ਕੀ ਬਣ ਰਹੀ ਹੈ, 6 ਗੁਣਾ 3 18 ਜੀ, 18 ਗੁਣਾ 3 54। ਇਸ ਆਪਣੇ ਆਨਸਰ ਨੂੰ ਵੈਰੀਫਾਈ ਕਰਨ ਲਈ ਆਪਾਂ 54 ਨੂੰ 3 ਨਾਲ ਗੁਣਾ ਕਰਦੇ ਹਾਂ ਤਾਂ 162 ਆਪਣੇ ਕੋਲ ਆਉਂਦਾ ਹੈ, ਜੋ ਕਿ ਬਿਲਕੁਲ ਸਹੀ। ਤਾਂ ਕਰਕੇ ਆਪਣਾ ਆਨਸਰ ਜੋ ਹੈ 54 ਹੋ ਜਾਏਗਾ ਜੀ। ਆਪਸ਼ਨ ਨੰਬਰ ਏ ਆਪਣਾ ਆਨਸਰ ਹੈ, ਠੀਕ ਹੈ ਜੀ। ਨੈਕਸਟ ਕੁਐਸਚਨ 59 ਵਾਲਾ ਆਪਾਂ ਮੂਵ ਕਰਦੇ ਹਾਂ ਜੀ। 59 ਨੰਬਰ ਕੁਐਸਚਨ ਫਿਰ ਤੋਂ ਇੱਕ ਵਾਰ ਨॉन ਵਰਬਲ ਰੀਜ਼ਨਿੰਗ ਦਾ ਹੈ। ਇਸ ਡਾਇਗਰਾਮ ਦੇ ਵਿੱਚ 4 ਡਾਇਗਰਾਮ ਦਿੱਤੀਆਂ ਗਈਆਂ ਹਨ। ਪੰਜਵੀਂ ਡਾਇਗਰਾਮ ਤੋਂ ਕੁਐਸਚਨ ਮਾਰਕ ਦਾ ਜਗ੍ਹਾ ਲਵੇਗੀ, ਕੁਐਸਚਨ ਮਾਰਕ ਦੀ ਜਗ੍ਹਾ ਲਵੇਗੀ, ਉਹ ਆਪਾਂ ਨੇ ਫਾਈਂਡ ਕਰਨੀ ਹੈ। ਆਨਸਰ ਲਈ ਆਪਣੇ ਕੋਲ 4 ਡਾਇਗਰਾਮ ਦਿੱਤੀਆਂ ਗਈਆਂ ਹਨ। ਆਪਾਂ ਦੇਖਦੇ ਹਾਂ ਜੀ, ਪਹਿਲੀ ਡਾਇਗਰਾਮ ਜੋ ਹੈ ਉਸ ਦੇ ਵਿੱਚ ਇਹ ਫਿਗਰ ਇਸ ਤਰ੍ਹਾਂ ਦਿੱਤੀ ਗਈ ਹੈ, ਠੀਕ ਹੈ ਜੀ। ਇਸ ਤਰ੍ਹਾਂ ਦੀ ਕੋਈ ਫਿਗਰ ਹੈ, ਆਪਾਂ ਕੰਪਲੀਟ ਫਿਗਰ ਨਹੀਂ ਡਰਾ ਕਰਦੇ ਇੱਥੇ। ਫਿਰ ਆਪਾਂ ਦੇਖਦੇ ਹਾਂ ਉਸ ਫਿਗਰ ਨੂੰ ਐਂਟੀ ਕਲੋਕਵਾਈਜ਼ ਇਸ ਤਰ੍ਹਾਂ ਕਰ ਦਿੱਤਾ ਗਿਆ B ਨੰਬਰ ਫਿਗਰ ਦੇ ਵਿੱਚ। ਜੇਕਰ ਆਪਾਂ C ਫਿਗਰ ਦੀ ਗੱਲ ਕਰੀਏ ਤਾਂ ਉਸ ਨੂੰ ਇਸ ਤਰ੍ਹਾਂ ਮੂਵ ਕਰ ਦਿੱਤਾ ਗਿਆ ਐਂਟੀ ਕਲੋਕਵਾਈਜ਼। ਜੇਕਰ ਆਪਾਂ D ਫਿਗਰ ਦੀ ਗੱਲ ਕਰੀਏ ਤਾਂ ਉਸ ਨੂੰ ਇਸ ਤਰ੍ਹਾਂ ਮੂਵ ਕਰ ਦਿੱਤਾ ਗਿਆ ਐਂਟੀ ਕਲੋਕਵਾਈਜ਼। ਹੁਣ ਜੇਕਰ ਆਪਾਂ E ਆਪਸ਼ਨ ਦੀ ਗੱਲ ਕਰੀਏ ਤਾਂ E ਦੇ ਵਿੱਚ ਉਸ ਫਿਗਰ ਦਾ ਫੇਸ ਕੀ ਹੋਵੇਗਾ, E ਦੇ ਵਿੱਚ ਉਸ ਫਿਗਰ ਦਾ ਫੇਸ ਐਂਟੀ ਕਲੋਕਵਾਈਜ਼ ਜਾਂਦੇ ਹੋਏ ਇਹ ਹੋ ਜਾਵੇਗਾ, ਠੀਕ ਹੈ, ਜੋ ਕਿ ਆਪਣਾ ਆਨਸਰ ਹੋਵੇਗਾ। ਇਸ ਤਰ੍ਹਾਂ ਦਾ ਫੇਸ ਕਿੱਥੇ ਹੈ ਜੀ, ਇਸ ਤਰ੍ਹਾਂ ਆਪਸ਼ਨ ਨੰਬਰ 4 ਦੇ ਵਿੱਚ। ਦੇਖੋ ਪਹਿਲੀ ਆਪਸ਼ਨ ਦੇ ਵਿੱਚ ਨਹੀਂ ਹੈ ਵੀ ਆਪਾਂ ਹੋਰ ਕੋਈ ਫੇਸ ਦੇਖੀਏ ਜਾਂ ਕਿਸੇ ਹੋਰ ਸਾਈਡ ਤੋਂ ਇਸ ਕੁਐਸਚਨ ਨੂੰ ਦੇਖਿਆ ਜਾਵੇ, ਆਪਸ਼ਨਾਂ ਨੂੰ ਦੇਖਿਆ ਜਾਵੇ। ਦੂਜੀ ਵਿੱਚ ਨਹੀਂ ਹੈ, ਤੀਜੀ ਵਿੱਚ ਨਹੀਂ ਹੈ। ਆਪਾਂ ਨੂੰ ਡਾਇਰੈਕਟ ਆਨਸਰ ਮਿਲ ਰਿਹਾ ਹੈ ਜੀ ਆਪਸ਼ਨ ਨੰਬਰ 4, ਜੋ ਕਿ ਆਪਣੇ ਡੀ ਕੋਲਮ ਦੇ ਵਿੱਚ ਹੈ ਜੀ, ਠੀਕ ਹੈ ਜੀ, ਸੌਰੀ ਡੀ ਦੇ ਵਿੱਚ ਹੈ ਜੀ। ਨੈਕਸਟ ਕੁਐਸਚਨ 60 ਨੰਬਰ ਕੁਐਸਚਨ, ਵੈਨ ਡਾਇਗਰਾਮ ਆਪਣੇ ਕੋਲ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੀ। ਮੈਥੇਮੈਟੀਕਲ ਫਾਰਮ ਦੇ ਵਿੱਚ ਵੈਨ ਡਾਇਗਰਾਮ ਪੁੱਛਿਆ ਗਿਆ ਹੈ। 4 ਇਸ ਦੇ ਵਿੱਚ ਆਪਾਂ ਨੂੰ ਸਿੰਬਲ ਦਿੱਤੇ ਗਏ ਹਨ ਜੀ, ਜਿਵੇਂ ਇੱਕ ਰੈਕਟੈਂਗਲ ਹੈ, ਸਕੁਅਰ ਹੈ, ਟ੍ਰਾਇੰਗਲ ਹੈ ਜੀ, ਰੈਕਟੈਂਗਲ ਹੈ ਜੀ, ਸਰਕਲ ਹੈ, ਟ੍ਰਾਇੰਗਲ ਹੈ, ਤੇ ਇੱਕ ਇਸ ਤਰ੍ਹਾਂ ਦੀ ਫਾਰਮ ਦੇ ਵਿੱਚ ਆਪਣੇ ਕੋਲ ਫੋਲਡਡ ਰੈਕਟੈਂਗਲ ਆਪਾਂ ਇਸ ਨੂੰ ਕਹਿ ਸਕਦੇ ਹਾਂ, ਠੀਕ ਹੈ। ਉਹ ਕੀ ਕਹਿ ਰਿਹਾ ਕੁਐਸਚਨ ਦੇ ਵਿੱਚ, ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀਆਂ ਸੰਖਿਆਵਾਂ ਦਿੱਤੇ ਗਏ ਚਿੱਤਰ ਵਿੱਚ ਸਿਰਫ 3 ਜਿਓਮੈਟ੍ਰੀਕਲ ਰੇਖਾ ਗਣਿਤੀ ਚਿੱਤਰਾਂ ਵਿੱਚ ਮੌਜੂਦ ਹਨ। ਬਿਲਕੁਲ ਸਹੀ ਹੈ ਜੀ। ਇਹ ਕੁਐਸਚਨ ਸਿਰਫ ਆਪਸ਼ਨ ਨਾਲ ਹੋਵੇਗਾ, ਹੋਰ ਕਿਸੇ ਤਰੀਕੇ ਨਾਲ ਇਸ ਕੁਐਸਚਨ ਨੂੰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹਨਾਂ ਨੇ ਆਪਸ਼ਨ ਦੇ ਵਿੱਚੋਂ ਹੀ ਆਨਸਰ ਮੰਗਿਆ ਹੈ। ਇੱਥੇ ਇਹਨਾਂ ਦੀ ਡਿਮਾਂਡ ਕੀ ਹੈ, ਕੁਐਸਚਨ ਦੀ ਰਿਕੁਆਇਰਮੈਂਟ ਕੀ ਹੈ ਕਿ ਇਹਨਾਂ 4 ਡਾਇਗਰਾਮਾਂ ਦੇ ਵਿੱਚੋਂ ਉਹ ਵੈਲਿਊਜ਼ ਆਪਣਾ ਆਨਸਰ ਹੋਣਗੀਆਂ ਜੋ ਸਿਰਫ 3 ਡਾਇਗਰਾਮ ਦੇ ਵਿੱਚ ਹੋਣਗੀਆਂ। ਉਹ 3 ਡਾਇਗਰਾਮ ਕੁਝ ਵੀ ਹੋ ਸਕਦੇ ਨੇ। ਆਪਾਂ ਵਾਈ ਆਪਸ਼ਨ ਚੱਲਦੇ ਹਾਂ ਜੀ। ਪਹਿਲੀ ਆਪਸ਼ਨ ਦੇ ਵਿੱਚ 39 ਅਤੇ 52 ਹੈ। 39 ਬਾਰੇ ਆਪਾਂ ਚੈੱਕ ਕਰਦੇ ਹਾਂ। 39 ਦੇਖੋ ਜੀ, ਟ੍ਰਾਇੰਗਲ ਦੇ ਵਿੱਚ ਵੀ ਹੈ, ਸਕੁਅਰ ਦੇ ਵਿੱਚ ਵੀ ਹੈ, ਰੈਕਟੈਂਗਲ ਦੇ ਵਿੱਚ ਵੀ ਹੈ, ਠੀਕ ਹੈ ਜੀ। 39 ਦੀ ਜੇਕਰ ਗੱਲ ਕਰੀਏ, ਟ੍ਰਾਇੰਗਲ ਦੇ ਵਿੱਚ ਵੀ ਹੈ, ਰੈਕਟੈਂਗਲ ਦੇ ਵਿੱਚ ਹੈ, ਟ੍ਰਾਇੰਗਲ ਦੇ ਵਿੱਚ ਹੈ, ਪਰ ਸਕੁਅਰ ਦੇ ਵਿੱਚ ਨਹੀਂ ਹੈ, ਸਰਕਲ ਦੇ ਵਿੱਚ ਨਹੀਂ ਹੈ, ਤਾਂ ਉਹ ਆਪਣਾ ਆਨਸਰ ਨਹੀਂ ਹੋਵੇਗਾ ਜੀ। 52 ਦੀ ਗੱਲ ਕਰੀਏ, 52 ਸਰਕਲ ਦੇ ਵਿੱਚ ਹੈ, ਰੈਕਟੈਂਗਲ ਦੇ ਵਿੱਚ ਹੈ ਅਤੇ ट्रायंगल ਦੇ ਵਿੱਚ ਹੈ, ਤਾਂ 52 ਆਪਣਾ ਆਨਸਰ ਹੋ ਸਕਦਾ ਹੈ ਜੀ। ਆਪਣੇ ਕੋਲ ਇੱਕ ਵੈਲਿਊ ਨਿਕਲ ਕੇ ਸਾਹਮਣੇ ਆ ਰਹੀ ਹੈ 52, ਠੀਕ ਹੈ। ਨੈਕਸਟ ਆਪਾਂ 26 ਵੱਲ ਮੂਵ ਕਰਦੇ ਹਾਂ। 26 ਦੇਖਦੇ ਹਾਂ, ਕਿਉਂਕਿ 52 ਤਾਂ ਸੈਕਿੰਡ ਆਪਸ਼ਨ ਦੇ ਵਿੱਚ ਆ ਚੁੱਕਿਆ। ਪਹਿਲੀ ਆਪਸ਼ਨ ਆਪਣਾ ਆਨਸਰ ਨਹੀਂ ਹੋ ਸਕਦੀ, ਕਿਉਂਕਿ ਪਹਿਲੀ ਆਪਸ਼ਨ ਦੇ ਵਿੱਚ 39 ਅਤੇ 52 ਦੋਨੋਂ ਡਿਮਾਂਡ ਕੀਤੇ ਗਏ। ਨੈਕਸਟ ਆਪਸ਼ਨ ਜੋ ਹੈ ਆਪਣੇ ਕੋਲ 26 ਅਤੇ 52 ਬਾਰੇ ਪੁੱਛਿਆ ਜਾ ਰਿਹਾ। 52 ਆਪਣੇ ਕੋਲ ਇੱਕ ਸਹੀ ਵੈਲਿਊ ਹੈ ਜੀ, ਜੋ ਆਨਸਰ ਨੂੰ ਸੈਟੀਸਫਾਈ ਕਰਦੀ ਹੈ, ਪਰ ਨਾਲ ਆਪਣੇ ਕੋਲ 26 ਵੀ ਸੈਟੀਸਫਾਈ ਕਰਨਾ ਚਾਹੀਦਾ। 26 ਬਾਰੇ ਆਪਾਂ ਚੈੱਕ ਕਰਦੇ ਹਾਂ। 26 ਆਪਣੇ ਫੋਲਡਰ ਰੈਕਟੈਂਗਲ ਦੇ ਵਿੱਚ ਆ ਰਿਹਾ ਹੈ, ਸਕੁਅਰ ਦਾ
सर्कल का भी पार्ट है, रिक्टेंगल का भी पार्ट है, जबकि ट्रायंगल का पार्ट नहीं है, वो भी 3 फिगरां का पार्ट है। तो सही आंसर है जी 26 ਅਤੇ 52। देखो आप ऑप्शन बी लगा सकते हैं जल्दबाजी, पर नहीं, क्योंकि 26 ਅਤੇ 52 सी ऑप्शन ਦੇ ਵਿੱਚ ਵੀ ਹਨ ਅਤੇ डी ਵਿੱਚ ਵੀ ਹਨ। ਉਹਨਾਂ ਨਾਲ ਕੁਝ ਐਡੀਸ਼ਨਲ ਆਪਾਂ ਨੂੰ ਵੈਲਿਊਜ਼ ਦਿੱਤੀਆਂ ਗਈਆਂ ਨੇ, ਜੋ ਕਿ ਆਪਾਂ ਚੈੱਕ ਕਰਨੀ ਹੈ। ਠੀਕ ਹੈ ਜੀ, बी ऑप्शन किते ना किते अपना सही हो सकता, आप पेंडिंग रखते हैं। अगे आप सी ऑप्शन नू सही करने लिए अपने कोल 25 ਅਤੇ 24 की वैल्यू सही होनी चाहिए। 26 ਅਤੇ 52 आप सैटिस्फाई करा चुके हैं। आप जेकर 24 नू चैक करिए तो 24 सिर्फ 2 रिक्टेंगल्स या रेखा गणिती जियोमैट्रिकल रिप्रैजेंटेशन का पार्ट है जी, फोल्डेड रिक्टेंगल का ਅਤੇ सर्कल का, ਤਾਂ ਕਰਕੇ जो भी अपना कभी भी आंसर नहीं हो सकता। ठीक है जी, यानी कि ऑप्शन सी भी अपना आंसर नहीं हो सकता। ਹੁਣ ਆਪਾਂ 25 ਦੀ ਗੱਲ ਕਰੀਏ ਜੇਕਰ, ਦੇਖੋ ਦੋਸਤੋ 25 ਆਪਾਂ ਸੀ ਆਪਸ਼ਨ ਲਈ ਚੈੱਕ ਕਰ ਸਕਦੇ ਸੀ, ਪਰ ਸੀ ਆਪਸ਼ਨ ਵਿੱਚ 24 ਗਲਤ ਹੋ ਗਿਆ, ਤਾਂ ਆਪਾਂ ਨੂੰ 25 ਚੈੱਕ ਕਰਨ ਦੀ ਨੀਡ ਨਹੀਂ ਹੈ। ਠੀਕ ਹੈ ਜੀ, ਆਪਾਂ 25 ਚੈੱਕ ਕਰਾਂਗੇ ਡੀ ਆਪਸ਼ਨ ਸਹੀ ਕਰਨ ਲਈ, ਕਿਉਂਕਿ 26 ਅਤੇ 52 ਆਲਰੇਡੀ ਆਪਣੇ ਕੋਲ ਪਹਿਲਾਂ ਸਹੀ ਹੋ ਚੁੱਕੇ ਹਨ। ਠੀਕ ਹੈ ਜੀ, ਹੁਣ ਆਪਸ਼ਨ ਨੰਬਰ 25 ਦੀ ਗੱਲ ਕਰੀਏ, ਆਪਸ਼ਨ ਨੰਬਰ 25 ਆਪਸ਼ਨ ਨੰਬਰ ਡੀ ਦੇ ਵਿੱਚ 25 ਵੈਲਿਊ ਦੀ ਗੱਲ ਕਰੀਏ, 25 फोल्डर रिक्टेंगल का भी पार्ट है जी, रिक्टेंगल का भी पार्ट है, ट्रायंगल का भी पार्ट है, तो सर्कल का भी पार्ट है, यानी कि चारे जियोमैट्रिकल रिप्रैजेंटेशन का पार्ट हो गया। तो 25 भी अपना पार्ट नहीं हो सकता। उन्होंने सिर्फ 3 कहा, ओनली 3। ठीक है जी, ओनली 3 का मतलब सिर्फ 3, 4 नहीं, कोई भी हो सकती है जी, कोई भी 3। ठीक है जी, करके ऑप्शन नंबर डी भी अपना गलत है जी, सी भी गलत है। ऑप्शन नंबर बी अपना राइट आंसर है जी 26 ਅਤੇ 52। 61 नंबर क्वेश्चन अपने को निकल के आ रहा है, फिर तो नंबर सीरीज का क्वेश्चन है, नंबर सीरीज नहीं अल्फाबेटिकल सीरीज है जी। ठीक है, सीरीज का क्वेश्चन है, अल्फाबेटिकल सीरीज है। कल भी इसे तरह का एक क्वेश्चन अपने डिस्कस किया, सेम क्वेश्चन है जी, रिवर्स अल्फाबेट दिते गए हैं वाई एक्स ते डबल्यू। ये अपन पता है भी वाई तो बाद एक्स आता है जी, रिवर्स जाने तो डबल्यू आता है, डबल्यू तो बाद नैक्सट पेयर लिए आपां की किया बी आ रहा है, बी का आप बैक जाने हाँ, रिवर्स अल्फाबेट च यू होगा फिर टी होगा। नैक्सट उस तो बाद की हो सकता है, एस होएगा, उस तो बाद क्यू, उस तो बाद सॉरी एस तो बाद आर फिर क्यू। ठीक है, आप आंसर वेरीफाई करने लिए चेक करते हैं कि क्यू तो बाद रिवर्स जाने तो पी होगा, फिर ओ होगा, फिर एन होगा। दोस्तों आप इस तरह की सीरीज नू रिवर्स जाने की बजाय जिमें आप लैफ्ट टू राइट करते हैं ना, पहला इधर तो इधर जा रहे, फिर आप राइट टू लैफ्ट भी जा सकते हैं। ठीक है, आप राइट टू लैफ्ट अपनी सीरीज का आंसर चेक करते हैं, एन ओ पी क्यू आर एस टी यू बी डबल्यू एक्स वाई, कुछ नहीं है, इस सीरीज के अल्फाबेट नू सीक्वेंस वाइज लिखा जा रहा है। क्यू आर एस नू एस आर क्यू पढ़िया जाए, क्योंकि आप आंसर रिवर्स अल्फाबेट के अकॉर्डिंग देना है। एस आर क्यू कि ऑप्शन है जी, ऑप्शन नंबर बी दे विच है। 61 नंबर क्वेश्चन का आंसर अपना ऑप्शन नंबर बी होगा। नैक्सट क्वेश्चन निकल के सामने आ रहा है, सीरीज का ही क्वेश्चन है जी, पेयर की फॉर्म के पूछा गया है। ठीक है जी, इस सीरीज किसी सीक्वेंस वाइज नहीं लगता कि पेयर च कोई सीक्वेंस फॉलो किया गया है, क्योंकि डी की वैल्यू 4 है जी, जे की वैल्यू 10 है, कोई सीक्वेंस नहीं हो रहा। आप चेक करते हैं जी, पहले पेयर की पहली वैल्यू डी है, फिर की है जी दूजे पेयर की पहली वैल्यू सी है, तीजे पेयर की पहली वैल्यू बी है। जेकर आप चौथे पेयर की पहली वैल्यू की गल करिए तो इन्होंने रिवर्स जाया जा रहा है अल्फाबेटिकल ऑर्डर में, तो ये अपने ऑप्शन की पहली वैल्यू, क्योंकि 4 ऑप्शनों के है, इतने आप ऑप्शन नहीं एलिमीनेट कर सकते। ठीक है जी, हाले तक फिर आप सैकेंड वैल्यू की गल करिए तो पहली ऑप्शन के जे है जी, फिर एच है जी, ठीक है जी, फिर एफ है। इस की किया जा रहा है, 2 घटाया जा रहा है। ठीक है जी, जे चो 2 घटाई एच, एच चो 2 घटाई एफ, एफ चो 2 घटाने डी, यानी कि अपना दूसरा अल्फाबेट जो है अपने आंसर का डी होगा। हम आप चेक करते हैं जी, पहली और दूजी ऑप्शन अपनी गलत हो चुकी है। तीसरी ऑप्शन लिए आप गल करते हैं, पहली वैल्यू के पहले अल्फाबेट की वो पी है, फिर अपने को एम है जी, सैकेंड ऑप्शन के सैकेंड पेयर के थर्ड वैल्यू एम है, थर्ड पेयर के थर्ड वैल्यू जे है। ठीक है जी, जी हम आप इसका चेक करते हाँ, इस चो 3 माइनस किया जा रहा है। जेकर आप जे चो 3 माइनस करते हाँ तो अपने को जी आता है। ठीक है जी, जे चो रिवर्स च 3 जाने हाँ, माइनस का मतलब इतने रिवर्स जाना है। ठीक है जी, आप नैक्सट गल करिए तो
ਆਪਾਂ ਨੂੰ ਆਪਣਾ ਆਨਸਰ ਮਿਲ ਚੁੱਕਿਆ ਜੀ, A, D ਅਤੇ G ਆਪਸ਼ਨ C ਦੇ ਵਿੱਚ ਹਨ। ਠੀਕ ਹੈ ਜੀ, ਆਪਾਂ ਨੂੰ ਐਲੀਮੀਨੇਸ਼ਨ ਨਾਲ ਆਪਣਾ ਆਨਸਰ ਮਿਲ ਚੁੱਕਿਆ, ਪਰ ਫਿਰ ਵੀ ਆਪਾਂ ਆਪਣਾ ਆਨਸਰ ਪ੍ਰੂਵ ਕਰਨ ਲਈ ਚੌਥਾ ਅਲਫਾਬੈਟ ਲੱਭਦੇ ਹਾਂ ਜੀ। B ਦਿੱਤਾ ਹੈ ਜੀ ਪਹਿਲੇ ਦਾ, ਚੌਥੀ ਆਪਸ਼ਨ ਚੌਥਾ ਅਲਫਾਬੈਟ, ਪਹਿਲੇ ਪੇਅਰ ਦਾ ਚੌਥਾ ਅਲਫਾਬੈਟ B ਹੈ, ਦੂਜੇ ਪੇਅਰ ਦਾ ਚੌਥਾ ਅਲਫਾਬੈਟ R ਹੈ, ਤੀਜੇ ਪੇਅਰ ਦਾ ਤੀਸਰਾ ਅਲਫਾਬੈਟ ਚੌਥਾ ਅਲਫਾਬੈਟ N। ਇਸ 'ਚ ਕੀ ਕੀਤਾ ਜਾ ਰਿਹਾ ਜੀ, 4 ਮਾਈਨਸ ਕੀਤਾ ਜਾ ਰਿਹਾ। ਠੀਕ ਹੈ ਜੀ, ਜੇਕਰ ਆਪਾਂ ਗੱਲ ਕਰੀਏ N ਦੀ, N ਆਪਣੇ ਕੋਲ 15ਵਾਂ ਡਿਜਿਟ ਹੈ ਜੀ, 15 N ਦੀ ਵੈਲਿਊ ਹੈ, 15 ਚ 4 ਮਾਈਨਸ ਕਰਦੇ ਹਾਂ 11 ਹੈ, ਜੋ ਕਿ J ਦੀ ਵੈਲਿਊ ਹੈ। A, D, G ਆਪਣਾ ਆਨਸਰ ਹੋਏਗਾ ਜੀ, ਜੋ ਕਿ ਆਪਸ਼ਨ ਨੰਬਰ C ਹੈ, ਬਿਲਕੁਲ ਸਹੀ ਹੈ ਜੀ। ਇਸ ਨੂੰ ਐਲੀਮੀਨੇਸ਼ਨ ਦੇ ਮੈਥਡ ਨਾਲ ਕਿਤੇ ਨਾ ਕਿਤੇ ਸੋਲਵ ਕੀਤਾ ਜਾ ਸਕਦਾ ਹੈ, ਪਰ ਉਸ ਲਈ ਬੇਸਿਕ ਜਾਣਕਾਰੀ ਹੋਣਾ ਜ਼ਰੂਰੀ ਹੈ। ਜਿਵੇਂ ਆਪਾਂ ਪਹਿਲਾਂ A ਹੀ ਨਿਕਲ ਕੇ ਆ ਰਿਹਾ ਸੀ ਪਹਿਲੀ ਆਪਸ਼ਨ ਦੇ ਵਿੱਚ, ਜੇਕਰ ਆਪਾਂ ਪਹਿਲੇ ਅਲਫਾਬੈਟ ਲਈ ਗੱਲ ਕਰੀਏ A ਨਿਕਲ ਕੇ ਆ ਰਿਹਾ ਸੀ, ਪਰ ਜਦੋਂ ਆਪਾਂ ਸੈਕਿੰਡ ਵੈਲਿਊ ਲੱਭੀ ਤਾਂ ਆਪਣੇ ਕੋਲ ਦੋ ਆਪਸ਼ਨਾਂ ਐਲੀਮੀਨੇਟ ਹੋ ਗਈਆਂ। ਠੀਕ ਹੈ ਜੀ, ਥਰਡ ਵੈਲਿਊ ਤੇ ਆਪਣੇ ਕੋਲ ਸਿਰਫ ਇੱਕ ਆਨਸਰ ਬਚਦਾ ਸੀ, ਜੋ ਕਿ ਆਪਣਾ ਆਨਸਰ ਸੀ। ਕਿਤੇ ਨਾ ਕਿਤੇ ਕੰਮ ਆਸਾਨ ਹੋ ਜਾਂਦਾ ਜੇਕਰ ਕੁਐਸਚਨ ਟਫ ਆ ਜਾਵੇ। 63 ਨੰਬਰ ਕੁਐਸਚਨਸ ਦੀ ਗੱਲ ਕਰਦੇ ਹਾਂ ਜੀ, ਫਿਰ ਤੋਂ ਇੱਕ ਮੈਥਮੈਟੀਕਲ ਫਾਰਮ ਦੇ ਵਿੱਚ ਨੰਬਰ ਸੀਰੀਜ਼ ਹੈ ਜੀ, ਮਿਸਿੰਗ ਸੀਰੀਜ਼ ਦਿੱਤੀ ਗਈ ਹੈ। 5 ਦਿੱਤਾ ਗਿਆ ਹੈ ਜੀ, 6 ਹੈ, 14 ਹੈ, 45, ਬਿਲਕੁਲ ਸਹੀ ਹੈ ਜੀ। ਆਪਣੀ ਆਫਲਾਈਨ ਕਲਾਸਿਸ ਦੇ ਵਿੱਚ ਇਸ ਕੁਐਸਚਨ ਨੂੰ ਆਪਾਂ 5 ਤੋਂ 7 ਵਾਰ ਡਿਸਕਸ ਕਰ ਚੁੱਕੇ ਹਾਂ। ਇਸ ਤਰ੍ਹਾਂ ਦੇ ਸੇਮ ਪੈਟਰਨ ਆਪਾਂ ਬਹੁਤ ਵਾਰ ਟਰਾ ਕਰ ਚੁੱਕੇ ਹਾਂ। ਠੀਕ ਹੈ ਜੀ, ਜੇਕਰ ਕੋਈ ਬੱਚਾ ਆਫਲਾਈਨ ਕਲਾਸਿਸ ਵਾਲਾ ਆਪਣੀ ਇਹ ਆਨਲਾਈਨ ਕਲਾਸ ਦੇਖ ਰਿਹਾ ਹੈ ਤਾਂ ਉਸਨੂੰ ਪਤਾ ਹੋਵੇਗਾ ਕਿ ਇਹ ਚੈਪਟਰ ਕਿਸ ਤਰ੍ਹਾਂ ਅਤੇ ਕਿੰਨੇ ਵਧੀਆ ਢੰਗ ਨਾਲ ਆਪਾਂ ਆਫਲਾਈਨ ਦੇ ਵਿੱਚ ਡਿਸਕਸ ਕੀਤਾ। ਬਿਲਕੁਲ ਉਸੇ ਤਰ੍ਹਾਂ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਤੁਹਾਡਾ ਸਹਿਯੋਗ ਪਿਆਰ ਇਸੇ ਤਰ੍ਹਾਂ ਮਿਲਦਾ ਰਿਹਾ ਤਾਂ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਆਨਲਾਈਨ ਵੀ ਇਸ ਨੂੰ ਇੱਕ ਵਧੀਆ ਢੰਗ ਨਾਲ, ਵਧੀਆ ਤਰੀਕੇ ਨਾਲ ਸਾਰੀ ਜੋ ਆਪਣੀ ਆਫਲਾਈਨ ਕਲਾਸਿਸ ਦੇ ਵਿੱਚ ਜਿੰਨਾ ਕੰਟੈਂਟ ਡਿਸਕਸ ਕੀਤਾ ਗਿਆ, ਆਨਲਾਈਨ ਵੀ ਉਨਾ ਹੀ ਕੰਟੈਂਟ ਡਿਸਕਸ ਕੀਤਾ ਜਾਵੇਗਾ। ਉਸਨੂੰ ਇੱਕ ਵਧੀਆ ਵੇ ਦੇ ਵਿੱਚ ਸ਼ੈਡਿਊਲ ਕਰਕੇ ਸਿਸਟੇਮੈਟਿਕਲ ਵੇ ਨਾਲ ਤੁਹਾਡੇ ਸਾਹਮਣੇ ਰਿਪਰੈਜ਼ੈਂਟ ਕੀਤਾ ਜਾਵੇਗਾ, ਤਾਂ ਕਿ ਤੁਸੀਂ ਆਉਣ ਵਾਲੇ ਆਪਣੇ ਜਿੰਨੇ ਵੀ ਐਗਜ਼ਾਮ ਨੇ, ਪੰਜਾਬ ਪੁਲਿਸ ਹੋ ਗਿਆ, ਕਨਸਟੇਬਲ ਹੋ ਗਿਆ, ਚਾਹੇ ਉਹ ਸੈਂਟਰਲ ਲੈਵਲ ਦੇ ਐਗਜ਼ਾਮ ਨੇ, ਚਾਹੇ PSPCL ਦਾ, PSSB ਦਾ, ਵੀਡੀਓ ਦਾ, ਐਕਸਾਈਜ਼ ਦਾ ਜੋ ਵੀ ਪੇਪਰ ਹੈ ਉਸ ਦੇ ਵਿੱਚ ਰੀਜ਼ਨਿੰਗ ਸੈਕਸ਼ਨ ਦੇ ਵਿੱਚ ਉਹ ਫੁੱਲ ਨੰਬਰ ਤੁਸੀਂ ਗੇਨ ਕਰ ਸਕਦੇ ਹੋ। ਠੀਕ ਹੈ ਜੀ, ਜਾਦੂ ਐਜੂਕੇਸ਼ਨ ਦੀ ਜੋ ਟੀਮ ਹੈ ਤੁਹਾਡੇ ਲਈ ਜਲਦ ਹੀ ਹੋਰ ਸਾਰੇ ਸਬਜੈਕਟ, ਮੈਥ, ਇੰਗਲਿਸ਼, GK ਹੋ ਗਿਆ, ਕੰਪਿਊਟਰ, ਪੰਜਾਬੀ, ਸਾਰੇ ਸਬਜੈਕਟ ਤੁਹਾਨੂੰ ਡਿਟੇਲ ਦੇ ਵਿੱਚ ਇੱਥੇ ਡਿਸਕਸ ਕਰਵਾਏ ਜਾਣਗੇ ਅਤੇ ਪ੍ਰੀਵੀਅਸ ਈਅਰ ਕੁਐਸਚਨ ਦੇ ਸੋਲੂਸ਼ਨ ਲਗਾਤਾਰ ਪ੍ਰੋਵਾਈਡ ਕਰਵਾਏ ਜਾਣਗੇ। ਠੀਕ ਹੈ, ਸੀਕੁਐਂਸ ਵੇ ਦੇ ਵਿੱਚ ਤੁਹਾਨੂੰ ਹਰ ਚੀਜ਼ ਇੱਥੇ ਕਰਵਾਈ ਜਾਵੇਗੀ। ਸੋ ਇੱਕ ਰਿਕੁਐਸਟ ਹੈ ਜੀ, ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੋਰ ਵੀ ਜੋ ਵੀ ਬੱਚੇ ਤਿਆਰੀ ਕਰ ਰਹੇ ਹਨ ਉਹਨਾਂ ਤੋਂ ਵੀ ਜ਼ਰੂਰ ਕਰਵਾਈਓ। ਠੀਕ ਹੈ, ਇਸ ਨਾਲ ਸਾਨੂੰ ਇੱਕ ਮੋਟੀਵੇਸ਼ਨ ਮਿਲਦੀ ਹੈ। ਆਪਾਂ ਕੱਲ ਕਲਾਸ ਲਗਾਈ, ਪਹਿਲੀ ਕਲਾਸ ਇਸ ਆਪਾਂ ਚੈਨਲ ਉੱਤੇ ਸ਼ੁਰੂ ਕੀਤਾ, ਇਹ ਸੀਰੀਜ਼ ਸ਼ੁਰੂ ਕੀਤੀ, ਅੱਜ ਦੂਸਰੀ ਕਲਾਸ ਹੈ। ਕੱਲ ਤੁਹਾਡੇ ਵਧੀਆ ਸਹਿਯੋਗ ਰਿਹਾ, ਤੁਸੀਂ ਵਧੀਆ ਉਸਨੂੰ ਪਿਆਰ ਦਿੱਤਾ ਲਿਸਟ ਨੂੰ। ਠੀਕ ਹੈ ਜੀ, ਸੀਰੀਜ਼ ਨੂੰ ਇਸ ਤਰ੍ਹਾਂ ਆਉਣ ਵਾਲੇ ਅੱਗੇ ਟਾਈਮ ਦੇ ਵਿੱਚ ਹੋਰ ਵੀ ਇਸੇ ਤਰ੍ਹਾਂ ਸਹਿਯੋਗ ਕਰਦੇ ਰਹੀਓ। ਅਸੀਂ ਵੀ ਆਉਣ ਵਾਲੇ ਟਾਈਮ 'ਚ ਤੁਹਾਡੇ ਲਈ ਕਲਾਸਿਸ ਐਡ ਕਰਦੇ ਰਹਾਂਗੇ। ਅਸੀਂ ਪ੍ਰੀਵੀਅਸ ਈਅਰ ਤੋਂ ਲੈ ਕੇ ਜੋ ਪ੍ਰੈਜ਼ੈਂਟ ਦੇ ਵਿੱਚ ਜਾਂ ਆਪਾਂ ਪੋਸੀਬਲ ਕਿਸੇ ਚੀਜ਼ ਨੂੰ ਮੰਨਦੇ ਹਾਂ ਵੀ ਇਹ ਪੇਪਰ ਦੇ ਵਿੱਚ ਆ ਸਕਦਾ ਹੈ, ਉਹ ਕੁਐਸਚਨ ਤੁਹਾਨੂੰ ਇੱਥੇ ਆਪਣੇ YouTube ਚੈਨਲ ਜਾਦੂ ਐਜੂਕੇਸ਼ਨ ਉੱਤੇ ਡਿਸਕਸ ਕਰਾਵਾਂਗੇ ਜੀ। ਠੀਕ ਹੈ ਜੀ, ਆਪਾਂ ਹਰ ਤਰ੍ਹਾਂ ਦਾ ਕੁਐਸਚਨ ਡਿਸਕਸ ਕਰਾਂਗੇ, ਸੋਲਵ ਕਰਾਂਗੇ। ਤੁਹਾਡੀ ਕੁਐਰੀਜ਼ ਨੂੰ, ਜੋ ਵੀ ਤੁਹਾਡੇ ਡਾਊਟ ਹੋਏ, ਹਰ ਤਰ੍ਹਾਂ ਦਾ ਕੁਐਸਚਨ ਇੱਥੇ ਤੁਹਾਡੇ ਲਈ ਪਲੇਟਫਾਰਮ ਤੇ ਲੈ ਕੇ ਆਵਾਂਗੇ। ਠੀਕ ਹੈ ਜੀ, ਚਲੋ ਆਪਾਂ ਇਸ ਸੀਰੀਜ਼ ਨੂੰ ਦੇਖਦੇ ਹਾਂ ਜੀ। 63 ਨੰਬਰ ਆਪਣੇ ਕੋਲ ਕੁਐਸਚਨ ਹੈ ਜੀ, 561445। ਠੀਕ ਹੈ ਜੀ, 5 ਹੈ, 6 ਹੈ, 14 ਹੈ ਤੇ 45। ਇਸ 'ਚ ਕੋਈ ਪੈਟਰਨ ਪਤਾ ਲੱਗਦਾ ਹੈ ਜੀ? ਬਿਲਕੁਲ ਸਹੀ ਹੈ ਜੀ। ਇਨਕਰੀਜ਼ਿੰਗ ਆਰਡਰ ਦੇ ਵਿੱਚ ਸੀਰੀਜ਼ ਦਿੱਤੀ ਗਈ ਹੈ, ਜਾਂ ਤਾਂ ਪਲੱਸ ਹੋ ਸਕਦਾ ਹੈ ਜਾਂ ਮਲਟੀਪਲਾਈ। ਪਲੱਸ ਲਈ ਆਪਾਂ ਚੈੱਕ ਕਰੀ, 1 ਐਡ ਕੀਤਾ ਜਾ ਰਿਹਾ ਹੈ, 8 ਐਡ ਕੀਤਾ ਜਾ ਰਿਹਾ ਹੈ, 27 ਐਡ ਕੀਤਾ ਜਾ ਰਿਹਾ ਹੈ। ਬਿਲਕੁਲ ਸਹੀ ਹੈ ਜੀ। ਅੱਛਾ, 1, 8 ਤੇ 27 ਨੂੰ ਦੇਖਦੇ ਹੋਏ ਦਿਮਾਗ ਦੇ ਵਿੱਚ ਕੀ ਆਉਂਦਾ ਹੈ ਵੀ 1 ਦਾ ਕਿਊਬ ਹੈ ਜੀ, 2 ਦਾ ਕਿਊਬ ਹੈ, 3 ਦਾ ਕਿਊਬ ਹੈ। ਨੈਕਸਟ ਹੁਣ ਆਪਾਂ 4 ਦਾ ਕਿਊਬ ਐਡ ਕਰਾਂਗੇ ਜੀ, ਜੋ ਕਿ 64 ਹੈ। 64 ਪਲੱਸ 45 ਕਿੰਨਾ ਹੁੰਦਾ? 109 ਹੁੰਦਾ ਹੈ। ਠੀਕ ਹੈ, ਜੋ ਕਿ ਆਪਣਾ ਆਪਸ਼ਨ ਦੇ ਵਿੱਚ ਨਹੀਂ ਹੈ। ਠੀਕ ਹੈ ਜੀ, ਯਾਨੀ ਕਿ ਪੈਟਰਨ ਹੋਰ ਫੋਲੋ ਕੀਤਾ ਜਾ ਰਿਹਾ ਹੈ। ਇਹ ਪੈਟਰਨ ਆਪਣਾ ਪੈਟਰਨ ਨੰਬਰ 1 ਸੀ, ਜੇਕਰ ਆਪਾਂ ਕਿਊਬ ਦੀ ਫਾਰਮ ਵਿੱਚ ਦੇਖੀਏ। ਪੈਟਰਨ ਨੰਬਰ 2 ਦੇਖਦੇ ਹਾਂ ਜੀ, 5 ਤੋਂ 6, 6 ਤੋਂ 14, 14 ਤੋਂ 45। ਨੈਕਸਟ ਕੁਐਸਚਨ ਮਾਰਕ ਹੈ ਜੀ। ਬਿਲਕੁਲ ਦੋਸਤੋ, ਆਪਾਂ ਕਲਾਸ ਦੇ ਵਿੱਚ ਸੇਮ 2 ਪੈਟਰਨ ਨਾਲ ਕੁਐਸਚਨ ਡਰਾ ਕੀਤਾ ਸੀਗਾ। ਠੀਕ ਹੈ ਜੀ, ਇਹ 2 ਤਰੀਕੇ ਨਾਲ ਹੋ ਸਕਦਾ। ਦੇਖੋ, ਆਪਾਂ ਪਲੱਸ ਨਾਲ ਕਰਨ ਦੀ ਕੋਸ਼ਿਸ਼ ਕੀਤੀ, ਪਲੱਸ ਅਤੇ ਕਿਊਬ ਦਾ ਕਨਸੈਪਟ ਲਗਾਇਆ ਪਰ ਨਹੀਂ ਹੋਇਆ। ਹੁਣ ਆਪਾਂ ਮਾਈਨਸ ਅਤੇ ਹੋਰ ਕੁਝ, ਮਲਟੀਪਲਾਈ ਅਤੇ ਪਲੱਸ ਦਾ ਕਨਸੈਪਟ ਲਗਾਉਂਦੇ ਹਾਂ।
5 ਨੂੰ ਜੇਕਰ 1 ਨਾਲ ਗੁਣਾ ਕਰੀਏ 1 ਐਡ ਕਰਦੇ ਹਾਂ ਤਾਂ ਆਪਣੇ ਕੋਲ 6 ਆਉਂਦਾ ਹੈ। ਫਿਰ 6 ਨੂੰ 2 ਨਾਲ ਗੁਣਾ ਕਰਕੇ 2 ਐਡ ਕੀਤਾ ਜਾਂਦਾ ਤਾਂ 14 ਆ ਰਿਹਾ ਹੈ ਜੀ। 14 ਨੂੰ 3 ਨਾਲ ਗੁਣਾ ਕਰਕੇ 3 ਐਡ ਕੀਤਾ ਜਾ ਰਿਹਾ 45 ਆ ਰਿਹਾ। ਜੇਕਰ ਆਪਾਂ 45 ਨੂੰ 4 ਨਾਲ ਗੁਣਾ ਕਰਕੇ 4 ਐਡ ਕਰਦੇ ਹਾਂ ਤਾਂ 184 ਆਪਣੇ ਕੋਲ ਆਉਂਦਾ ਹੈ। ਬਿਲਕੁਲ ਸਹੀ ਹੈ ਜੀ, ਜੋ ਕਿ ਆਪਸ਼ਨ ਨੰਬਰ ਡੀ ਹੈ ਆਪਣਾ ਆਨਸਰ। ਠੀਕ ਹੈ ਜੀ। ਦੇਖੋ ਸੀਰੀਜ਼ ਦੇ ਵਿੱਚ ਇੱਕ ਤੋਂ ਜ਼ਿਆਦਾ ਆਨਸਰ ਆ ਸਕਦੇ ਹਨ, ਇੱਕ ਤੋਂ ਜ਼ਿਆਦਾ ਪੈਟਰਨ ਫੋਲੋ ਹੋ ਸਕਦੇ ਹਨ। ਇਹ ਵੀ ਪੋਸੀਬਲ ਹੋ ਸਕਦਾ ਹੈ ਕਿ ਵੱਖ-ਵੱਖ ਪੈਟਰਨ ਨਾਲ ਤੁਸੀਂ ਇੱਕ ਹੀ ਆਨਸਰ ਲੈ ਕੇ ਆਵੋ। ਹੋ ਸਕਦਾ ਹੈ ਵੱਖ-ਵੱਖ ਪੈਟਰਨ ਜਾਂ ਸੇਮ ਪੈਟਰਨ ਦੇ ਨਾਲ ਤੁਹਾਡਾ ਆਨਸਰ ਸੇਮ ਆਵੇ, ਜਾਂ ਦੂਸਰਾ ਕੇਸ ਵੀ ਹੋ ਸਕਦਾ ਹੈ ਕਿ ਨਾ। ਠੀਕ ਹੈ ਜੀ, ਇਹ ਆਪਸ਼ਨ ਉੱਤੇ ਡਿਪੈਂਡ ਕਰਦਾ ਹੈ। ਇਸ ਚ ਨਨ ਆਫ ਥੀਸ ਜਾਂ ਆਪਸ਼ਨ ਨਹੀਂ ਹੈ ਜਾਂ ਮੋਰ ਦੈਨ ਵਨ ਦੀ ਆਪਸ਼ਨ ਨਹੀਂ ਹੈ, ਤਾਂ ਆਪਣੇ ਕੋਲ ਸਿਰਫ ਇੱਕ ਆਪਸ਼ਨ ਹੈ 184। ਠੀਕ ਹੈ, ਜੇਕਰ ਆਪਾਂ ਦੂਸਰਾ ਕੇਸ ਆਪਣਾ ਲੈਂਦੇ ਸੀਗੇ 4 ਦਾ ਕਿਊਬ ਪਲੱਸ 45 ਐਡ ਕਰਦੇ ਹਾਂ 109, ਉਹ ਕੀ ਆਪਸ਼ਨ ਵਿੱਚ ਨਹੀਂ ਹੈ, ਤਾਂ ਕਰਕੇ ਆਪਣਾ ਆਨਸਰ 184 ਸਹੀ ਹੋਵੇਗਾ। ਨੈਕਸਟ ਕੁਐਸਚਨ 64 ਨੰਬਰ, ਅਲਫਾਬੈਟਿਕਲ ਫਾਰਮ ਦੇ ਵਿੱਚ ਮਿਸਿੰਗ ਸੀਰੀਜ਼ ਹੈ ਜੀ। ਐਫ ਦਿੱਤੀ ਹੈ, ਜੀ ਹੈ, ਆਈ ਹੈ, ਐਲ ਹੈ ਅਤੇ ਕੁਐਸਚਨ। ਜੇਕਰ ਆਪਾਂ ਐਫ ਤੋਂ ਜੀ ਜਾਈਏ ਤਾਂ ਨੈਕਸਟ ਲੈਟਰ ਹੈ ਜੀ। ਠੀਕ ਹੈ ਜੀ, ਪਲੱਸ 1 ਕੀਤਾ ਜਾ ਰਿਹਾ। ਜੀ ਤੋਂ ਆਈ ਜਾਂਦੇ ਹਾਂ ਤਾਂ 2 ਐਡ ਕੀਤਾ ਜਾ ਰਿਹਾ ਜੀ ਐਚ ਆਈ। ਠੀਕ ਹੈ ਜੀ। ਐਲ ਤੱਕ ਜਾਂਦੇ ਹਾਂ ਆਈ ਤੋਂ ਤਾਂ 3 ਐਡ ਕੀਤਾ ਜਾ ਰਿਹਾ। ਹੁਣ ਆਪਾਂ 4 ਐਡ ਕਰਾਂਗੇ। ਐਲ ਦੀ ਵੈਲਿਊ 12 ਹੈ ਜੀ, ਉਸ 4 ਐਡ ਕਰਦੇ ਹਾਂ 16। 16 ਦੀ ਐਲਫਾਬੈਟਿਕਲ ਫਾਰਮ ਦੇ ਵਿੱਚ ਜੇਕਰ ਆਪਾਂ ਵੈਲਿਊ ਕਰੀਏ ਤਾਂ ਉਹ ਪੀ ਹੋਵੇ, ਜੋ ਕਿ ਆਪਸ਼ਨ ਨੰਬਰ ਡੀ ਹੈ। ਠੀਕ ਹੈ ਜੀ, ਆਪਸ਼ਨ ਨੰਬਰ ਡੀ ਆਪਣਾ ਆਨਸਰ ਹੈ ਜੀ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ। ਫਿਰ ਤੋਂ ਨੰਬਰ ਸੀਰੀਜ਼ ਦਾ ਕੁਐਸਚਨ ਨਿਕਲ ਕੇ ਸਾਹਮਣੇ ਆ ਰਿਹਾ ਜੀ। ਮਿਸਿੰਗ ਨੰਬਰ ਸੀਰੀਜ਼ ਹੈ ਜੀ। ਠੀਕ ਹੈ ਜੀ, ਕੱਲ ਵਾਲੀ ਸ਼ਿਫਟ ਤੇ ਅੱਜ ਵਾਲੀ ਸ਼ਿਫਟ ਸੇਮ ਹੀ ਹੈ ਆਲਮੋਸਟ ਹੀ। ਕੋਈ ਮਤਲਬ ਕੱਲ ਜੋ ਆਪਾਂ ਪੇਪਰ ਡਿਸਕਸ ਕੀਤਾ ਉਹ ਪਹਿਲੀ ਸ਼ਿਫਟ ਦਾ ਸੀ, ਅੱਜ ਦੂਸਰੀ ਸ਼ਿਫਟ ਦਾ ਪੇਪਰ ਆਪਾਂ ਡਿਸਕਸ ਕਰ ਰਹੇ ਹਾਂ। ਵੀ ਸ਼ਿਫਟ ਦੇ ਵਿੱਚ ਕੁਝ ਜ਼ਿਆਦਾ ਵੇਰੀ ਐਗਜ਼ਾਮੀਨਰ ਦੁਆਰਾ ਨਹੀਂ ਕੀਤਾ। ਇਸ ਪਾਰਟਿਕੂਲਰ ਸੈਕਸ਼ਨ ਦੀ ਮੈਂ ਗੱਲ ਕਰ ਰਹੀ ਹਾਂ, ਹੋਰ ਸੈਕਸ਼ਨਸ ਦੇ ਵਿੱਚ ਵੇਰੀ ਹੋ ਸਕਦਾ ਹੈ ਕੁਝ। ਠੀਕ ਹੈ ਜੀ, ਨॉन ਵਰਬਲ ਰੀਜ਼ਨਿੰਗ ਦੇ 5 ਤੋਂ 6 ਕੁਐਸਚਨ ਪੁੱਛੇ ਗਏ ਹਨ, ਵਰਬਲ ਰੀਜ਼ਨਿੰਗ ਦੇ 13 ਤੋਂ 14 ਕੁਐਸਚਨ ਪੁੱਛੇ ਗਏ। ਟੋਟਲ ਆਪਣੇ ਕੋਲ 20 ਕੁਐਸਚਨ ਇਸ ਸ਼ਿਫਟ ਦੇ ਵਿੱਚ ਰੀਜ਼ਨਿੰਗ ਦੇ ਆਏ। ਠੀਕ ਹੈ ਜੀ, 32 ਤੋਂ 37, 37 ਤੋਂ 44, 44 ਤੋਂ 49, 49 ਤੋਂ 56। 56 ਤੋਂ 60। ਸੇਮ ਪੈਟਰਨ ਆਪਾਂ ਚੈੱਕ ਕਰਦੇ ਹਾਂ ਜੀ। 5 ਐਡ ਹੋ ਰਿਹਾ ਹੈ, 7 ਐਡ ਹੋ ਰਿਹਾ ਹੈ, 5 ਐਡ ਹੋ ਰਿਹਾ, 7 ਹੋ ਰਿਹਾ, 5 ਐਡ। ਆਪਾਂ ਨੂੰ ਪਤਾ ਹੈ ਜੀ ਸੀਰੀਜ਼ ਦੇ ਵਿੱਚ ਅਲਟਰਨੇਟ ਨੰਬਰ ਐਡ ਹੋ ਰਹੇ ਹਨ। 5 ਐਡ ਕੀਤਾ ਗਿਆ, 7 ਐਡ ਕੀਤਾ ਗਿਆ, 5 ਐਡ ਕੀਤਾ ਗਿਆ, 7 ਐਡ ਕੀਤਾ ਗਿਆ, 5 ਐਡ ਕੀਤਾ ਗਿਆ, ਫਿਰ ਹੁਣ 7 ਐਡ ਕਰਾਂਗੇ ਜੀ ਆਪਾਂ। ਕਿੰਨਾ ਹੋਏਗਾ ਜੀ ਆਨਸਰ ਆਪਣਾ 68 ਨੰਬਰ। 68 ਆਪਣਾ ਆਨਸਰ ਹੋਏਗਾ, ਜੋ ਕਿ ਆਪਸ਼ਨ ਨੰਬਰ ਸੀ ਹੈ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਜੀ। 66 ਨੰਬਰ ਕੁਐਸਚਨ, ਆਰਡਰ ਐਂਡ ਰੈਂਕਿੰਗ। ਠੀਕ ਹੈ ਜੀ, ਆਰਡਰ ਐਂਡ ਰੈਂਕਿੰਗ ਦਾ ਆਪਣੇ ਕੋਲ ਕੁਐਸਚਨ ਨਿਕਲ ਕੇ ਸਾਹਮਣੇ ਆ ਰਿਹਾ ਜੀ। ਇਸ ਚ ਪੋਸੀਬਲ ਕੇਸ ਵੀ ਹੋ ਸਕਦੇ ਹਨ, ਪਰ ਆਪਾਂ ਕੋਸ਼ਿਸ਼ ਕਰਾਂਗੇ ਵੀ ਇਸ ਨੂੰ ਪੋਸੀਬਲ ਕੇਸ ਨਾ ਲੈਂਦੇ ਹੋਏ ਇੱਕ ਯੂਨੀਫਾਰਮ ਅਪਰੋਚ ਜੋ ਤੁਹਾਨੂੰ ਇੱਥੇ ਆਪਣੇ ਦੁਆਰਾ ਦੱਸੀ ਜਾਏਗੀ। ਠੀਕ ਹੈ ਜੀ, ਆਪਾਂ ਇਸ ਆਰਡਰ ਐਂਡ ਰੈਂਕਿੰਗ ਵਾਲੇ ਕੰਸੈਪਟ ਨੂੰ ਬਹੁਤ ਜਲਦ ਆਨਲਾਈਨ ਵੀ ਲੈ ਕੇ ਆਵਾਂਗੇ। ਉਸ 'ਚ ਤੁਸੀਂ ਇੱਕ ਯੂਨੀਕ ਅਪਰੋਚ ਦੇਖੋਗੇ ਇਸ ਕੁਐਸਚਨ ਨੂੰ ਕਰਨ ਦੀ। ਠੀਕ ਹੈ ਜੀ, ਆਪਾਂ ਪਹਿਲਾਂ ਆਪਣਾ 66 ਨੰਬਰ ਕੁਐਸਚਨ ਦੇਖਦੇ ਹਾਂ। ਕੀ ਕਹਿੰਦਾ ਕਿ 6 ਦੋਸਤ ਹਨ ਜੀ, ਪੀ ਕਿਊ ਆਰ ਐਸ ਟੀ ਅਤੇ ਯੂ। ਠੀਕ ਹੈ ਜੀ, ਉਹਨਾਂ ਦੀ ਉਮਰ ਜੋ ਹੈ ਵੱਖ-ਵੱਖ ਹੈ। ਚਲੋ ਆਪਾਂ ਸਭ ਤੋਂ ਵੱਡੇ ਉਮਰ ਵਾਲੇ ਨੂੰ ਪਹਿਲਾ ਨੰਬਰ ਦਿੰਦੇ ਹਾਂ, ਸਭ ਤੋਂ ਛੋਟੀ ਉਮਰ ਵਾਲੇ ਨੂੰ 6ਵਾਂ ਨੰਬਰ ਦਵਾਂ। ਠੀਕ ਹੈ ਜੀ, ਫਿਰ ਉਹ ਕਹਿ ਰਿਹਾ ਕਿ ਕਿਊ ਤੋਂ ਵੱਡੇ ਵਿਅਕਤੀ ਦੀ ਸੰਖਿਆ, ਯਾਨੀ ਕਿ ਕਿਊ ਤੋਂ ਉੱਪਰ ਜਿੰਨੇ ਹੋਣਗੇ, ਐਸ ਤੋਂ ਛੋਟੇ ਵਿਅਕਤੀ ਐਸ ਤੋਂ ਨੀਚੇ ਜਿੰਨੇ ਹੋਣਗੇ ਉਹਨਾਂ ਦੇ 3 ਗੁਣਾ ਹੈ। ਠੀਕ ਹੈ ਜੀ, ਜੇਕਰ ਆਪਾਂ ਕਿਊ ਤੋਂ ਉੱਪਰ ਕੋਈ ਬੰਦਾ ਨਾ ਰੱਖੀਏ, ਮੰਨ ਲਓ 3 ਤੇ 1 ਬਰਾਬਰ ਕਦੋਂ ਹੋ ਸਕਦੇ ਹਨ? ਜੇਕਰ 3 ਤੇ 1 ਹੋਵੇ ਜਾਂ 2 ਤੇ 6 ਹੋਣ। ਠੀਕ ਹੈ ਜੀ, 2 ਤੇ 6 ਹੋ ਸਕਦੇ ਨੇ ਜੀ? ਨਹੀਂ ਹੋ ਸਕਦੇ, ਕਿਉਂਕਿ 6 ਤਾਂ ਆਪਣੇ ਕੋਲ ਟੋਟਲ ਵਿਅਕਤੀ ਦਿੱਤੇ ਹਨ, ਉਸ ਤੋਂ ਉੱਪਰ ਤਾਂ ਕੁਝ ਹੋ ਹੀ ਨਹੀਂ ਸਕਦਾ। ਠੀਕ ਹੈ ਨਾ, ਆਪਣੇ ਕੋਲ ਸਿਰਫ ਇਹੀ ਅਪਰੋਚ ਰਹੂਗੀ ਕਿ ਆਪਾਂ ਕਿਊ ਤੋਂ ਉੱਪਰ 3 ਰੱਖੀਏ, ਐਸ ਤੋਂ ਨੀਚੇ 1 ਰੱਖੀਏ। ਕਿਊ ਤੋਂ ਉੱਪਰ 3 ਕਰਨ ਲਈ ਆਪਾਂ ਨੂੰ 1 2 3 ਆਪਣੀ ਕਿਊ ਦੀ ਵੈਲਿਊ ਇਹ ਹੋਵੇਗੀ ਜੀ 4 ਨੰਬਰ। ਚੌਥਾ ਰੈਂਕ ਕਿਊ ਦਾ ਹੋਵੇਗਾ ਏਜ ਵਾਈਜ਼। ਜੇਕਰ ਆਪਾਂ ਦੇਖੀਏ ਹੁਣ ਐਸ ਦੇ ਨੀਚੇ 1 ਹੋਵੇਗਾ ਤਾਂ ਨੀਚੋਂ ਤੋਂ 1 ਛੱਡਦੇ ਹਾਂ ਤਾਂ ਐਸ ਦੀ ਵੈਲਿਊ 5 ਹੋਵੇਗੀ, ਯਾਨੀ ਕਿ ਉਸਦਾ ਰੈਂਕ 5 ਹੋਵੇਗਾ। ਨੈਕਸਟ ਲਾਈਨ ਵੱਲ ਆਪਾਂ ਜਾਣਦੇ ਹਾਂ ਜੀ। ਪੀ ਐਸ ਤੋਂ ਛੋਟਾ ਹੈ। ਠੀਕ ਹੈ ਜੀ, ਪੀ ਐਸ ਤੋਂ ਛੋਟਾ ਸੀ। ਠੀਕ ਹੈ ਜੀ, ਪੀ ਐਸ ਤੋਂ ਛੋਟਾ ਹੈ ਤਾਂ ਆਪਾਂ ਪੀ ਨੂੰ ਇੱਥੇ ਕਰਤਾ। ਠੀਕ ਹੈ ਜੀ, ਫਿਰ ਆਪਾਂ ਗੱਲ ਕਰੀਏ ਜੇਕਰ ਯੂ ਆਰ ਤੋਂ ਛੋਟਾ ਪਰ ਟੀ ਤੋਂ ਵੱਡਾ ਹੈ।
ठीक है जी। अपने को आर यू ते टी प्लेस करने सिर्फ यही जगह बचती है जी। ठीक है जी। ये अपना जो ऑर्डर एंड रैंकिंग ਦੀ ਇਕੁਏਸ਼ਨ ਸੀ ਦਾ ਪਜ਼ਲ ਸੀ ਡਰਾ ਹੋ ਚੁੱਕੀ ਹੈ। ਹੁਣ ਕੁਐਸਚਨ ਦੇਖਦੇ ਆਪਾਂ ਨੂੰ ਕੀ ਪੁੱਛਿਆ ਗਿਆ ਹੈ। ਦੂਜਾ ਸਭ ਤੋਂ ਵੱਡਾ ਵਿਅਕਤੀ ਕੌਣ ਸੀ? ਦੂਜਾ ਸਭ ਤੋਂ ਵੱਡਾ ਵਿਅਕਤੀ ਯੂ ਹੈ ਜੀ। ਆਪਸ਼ਨ ਨੰਬਰ ਸੀ ਆਪਣਾ ਸਹੀ ਆਨਸਰ ਹੈ ਜੀ। ਠੀਕ ਹੈ ਜੀ। ਦੋਸਤੋ ਜੇਕਰ ਆਰਡਰ ਐਂਡ ਰੈਂਕਿੰਗ ਦੀ ਗੱਲ ਕਰੀਏ ਤੁਹਾਡੇ ਤੋਂ ਨਹੀਂ ਕੁਐਸਚਨ ਸੋਲਵ ਹੋ ਰਿਹਾ ਜਾਂ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਤੁਸੀਂ ਵੱਧ ਤੋਂ ਵੱਧ ਉਸ ਦੇ ਜਿੰਨੇ ਪੋਸੀਬਲ ਡਾਇਗਰਾਮ ਡਰਾ ਹੋ ਸਕਦੇ ਨੇ ਕਰ ਲਓ। ਕੋਈ ਦਿੱਕਤ ਨਹੀਂ ਹੈ। ਇੱਕ ਵਾਰ ਸਟਾਰਟਿੰਗ ਉੱਤੇ ਹੀ ਪੋਸੀਬਲ ਡਾਇਗਰਾਮ ਡਰਾ ਕਰੋ। ਜੇਕਰ ਤੁਹਾਡੀ ਵਧੀਆ ਪ੍ਰੈਕਟਿਸ ਹੈ ਤਾਂ ਤੁਸੀਂ ਸਿੰਗਲ ਡਾਇਗਰਾਮ ਦੇ ਵਿੱਚ ਉਸ ਕੁਐਸਚਨ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਠੀਕ ਹੈ। ਨੈਕਸਟ ਕੁਐਸਚਨ 67 ਨੰਬਰ ਆਪਣੇ ਕੋਲ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੀ। ਨॉन ਵਰਬਲ ਰੀਜ਼ਨਿੰਗ ਦਾ ਇੱਕ ਕੁਐਸਚਨ ਹੈ ਜੀ। ਕੋਡਿੰਗ ਦੇ ਇੱਕ ਫਾਰਮ ਦੇ ਵਿੱਚ ਦਿੱਤਾ ਗਿਆ ਹੈ। 5 ਆਪਣੇ ਕੋਲ ਡਾਇਗਰਾਮ ਨੇ, 4 ਦਿੱਤੀਆਂ ਗਈਆਂ ਨੇ, ਸੌਰੀ ਚੌਥੀ ਮਿਸਿੰਗ ਹੈ ਜੀ। 5 ਟੋਟਲ ਆਪਾਂ ਇਸ ਨੂੰ ਚੌਥੀ ਕਹਿ ਸਕਦੇ ਹਾਂ। ਠੀਕ ਹੈ। ਅੱਛਾ ਚਲੋ ਇਸ ਦੇ ਵਿੱਚ ਡਾਇਰੈਕਸ਼ਨ ਦਾ ਆਪਾਂ ਦੇਖਦੇ ਹਾਂ। ਪਹਿਲਾਂ ਆਪਾਂ ਐਰੋ ਨੂੰ ਦੇਖੀਏ। ਐਰੋ ਨੂੰ ਕਲੋਕਵਾਈਜ਼ 90 ਡਿਗਰੀ ਤੇ ਮੂਵ ਕੀਤਾ ਜਾ ਰਿਹਾ ਹੈ। ਠੀਕ ਹੈ ਜੀ, ਇਸ ਤਰ੍ਹਾਂ। ਫਿਰ ਹੁਣ ਜੇਕਰ ਆਪਾਂ ਚੌਥੀ ਵਿੱਚ ਦੇਖੀਏ, ਪੰਜਵੀਂ ਚ ਉਹ ਦੁਬਾਰਾ ਫਿਰ ਇੱਥੇ ਚਲਾ ਗਿਆ। ਪਹਿਲਾ ਸਟੈਪ ਸੀਗਾ, ਦੂਸਰਾ ਸੀ, ਤੀਸਰਾ ਸੀ, ਚੌਥਾ ਆਪਾਂ ਨੇ ਫਿਲ ਕਰਨਾ ਸੀ। ਯਾਨੀ ਕਿ ਆਪਣਾ ਇਹ ਡਾਇਗਰਾਮ, ਠੀਕ ਹੈ ਜੀ, ਸੌਰੀ ਉੱਪਰ ਵੱਲ ਨੂੰ ਜਾਏਗਾ, ਉੱਪਰ ਵੱਲ ਨੂੰ ਜਾਏਗਾ। ਠੀਕ ਹੈ। ਇਸ ਕੇਸ ਉਸ ਦੇ ਵਿੱਚ ਹੈ ਸੀ ਆਪਸ਼ਨ ਦੇ ਵਿੱਚ ਹੈ ਤੇ ਈ ਆਪਸ਼ਨ ਦੇ ਵਿੱਚ। ਠੀਕ ਹੈ। ਯਾਨੀ ਕਿ ਆਪਸ਼ਨ ਨੰਬਰ ਬੀ ਅਤੇ ਡੀ ਆਪਣਾ ਕਦੇ ਆਨਸਰ ਨਹੀਂ ਹੋ ਸਕਦਾ। ਫਿਰ ਆਪਾਂ ਸਟਾਰ ਦੀ ਗੱਲ ਕਰੀਏ। ਜੇਕਰ ਸਟਾਰ ਦੀ ਗੱਲ ਕਰੀਏ, ਸਟਾਰ ਨੂੰ ਪਹਿਲਾਂ ਇੱਥੇ ਰੱਖਿਆ ਗਿਆ, ਫਿਰ ਇੱਥੇ ਲੈ ਕੇ ਜਾਇਆ ਗਿਆ, ਫਿਰ ਇੱਥੇ ਲੈ ਕੇ ਜਾਇਆ ਜਾ ਰਿਹਾ। ਹੁਣ ਉਹ ਨੀਚੇ ਆਵੇਗਾ ਜੀ ਚੌਥੀ ਆਪਸ਼ਨ ਦੇ ਵਿੱਚ, ਜੋ ਕਿ ਆਪਾਂ ਨੇ ਆਨਸਰ ਦੇ ਵਿੱਚ ਦੇਖਣੀ ਹੈ। ਦੋਨੋਂ ਆਪਸ਼ਨ ਦੇ ਵਿੱਚ ਹੈ ਜੀ। ਏ ਅਤੇ ਸੀ ਦੇ ਵਿੱਚ ਸਟਾਰ ਸੇਮ ਪਲੇਸ ਤੇ ਨਹੀਂ, ਹਾਂਜੀ ਏ ਅਤੇ ਸੀ ਦੇ ਵਿੱਚ ਸੇਮ ਪਲੇਸ ਤੇ ਹੈ। ਆਪਾਂ ਇੱਥੋਂ ਨਹੀਂ ਆਪਣਾ ਆਨਸਰ ਹਾਲੇ ਫਾਈਂਡ ਕਰ ਸਕਦੇ। ਫਿਰ ਜੇਕਰ ਆਪਾਂ ਇਸ ਸਫੇਅਰ ਦੀ ਗੱਲ ਕਰੀਏ, ਹੈਮੀਸਫੇਅਰ ਜਾਂ ਜੋ ਵੀ ਹੈ ਜੀ, ਇਸ ਨੂੰ ਪਹਿਲਾਂ ਗੋਲੇ ਦੇ ਵਿੱਚ ਜਾਂ ਸਕੁਅਰ ਦੇ ਵਿੱਚ ਇਸ ਸਾਈਡ ਤੇ ਸੀ, ਫਿਰ ਉਹ ਇਸ ਸਾਈਡ ਤੇ ਲੈ ਕੇ ਆਇਆ ਜਾ ਰਿਹਾ, ਫਿਰ ਉਸ ਨੂੰ ਇਸ ਸਾਈਡ ਤੇ ਲੈ ਕੇ ਜਾ ਰਿਹਾ। ਹੁਣ ਉਹ ਉੱਪਰ ਜਾਵੇਗਾ। ਜੇਕਰ ਉੱਪਰ ਗੱਲ ਕਰੀਏ, ਇਸ ਦੀ ਸਹੀ ਫਿਗਰ ਏ ਦੇ ਵਿੱਚ ਹੈ, ਨਾ ਕਿ ਸੀ ਦੇ ਵਿੱਚ। ਸੀ ਦੇ ਵਿੱਚ ਤਾਂ ਦੇਖੋ ਜੀ ਇਸ ਨੂੰ ਰੋਟੇਟ ਹੀ ਕਰ ਦਿੱਤਾ ਗਿਆ। ਆਪਸ਼ਨ ਨੰਬਰ ਏ ਆਪਣਾ ਸਹੀ ਆਨਸਰ ਹੈ ਜੀ। ਪਰ ਆਪਾਂ ਚੌਥੀ ਆਪਸ਼ਨ ਨੂੰ ਵੀ ਚੈੱਕ ਕਰਦੇ ਹਾਂ। ਟ੍ਰਾਇੰਗਲ ਬਚਦੀ ਹੈ ਜੀ। ਟ੍ਰਾਇੰਗਲ ਆਪਣੇ ਕੋਲ ਨੀਚੇ ਹੈ ਜੀ, ਫਿਰ ਉਸ ਨੂੰ ਉੱਪਰ ਲੈ ਕੇ ਜਾਇਆ ਜਾ ਰਿਹਾ ਹੈ, ਸਾਈਡ ਤੇ ਮੂਵ ਕੀਤਾ ਜਾ ਰਿਹਾ। ਹੁਣ ਇੱਥੇ ਹੋਵੇ। ਜੇਕਰ ਆਪਣੇ ਕੋਲ ਕੋਈ ਸਕੁਅਰ ਦਿੱਤਾ ਹੋਵੇ ਤਾਂ ਉਸ ਟ੍ਰਾਇੰਗਲ ਆਪਣੇ ਆਨਸਰ ਦੇ ਵਿੱਚ ਇੱਥੇ ਹੋਵੇ, ਜੋ ਕਿ ਆਪਣੇ ਕੋਲ ਆਪਸ਼ਨ ਨੰਬਰ ਏ ਦੇ ਵਿੱਚ ਹੈ। ਠੀਕ ਹੈ ਜੀ। ਆਪਸ਼ਨ ਨੰਬਰ ਏ ਆਪਣਾ ਸਹੀ ਆਨਸਰ ਹੈ ਜੀ। ਠੀਕ ਹੈ ਜੀ। ਜੇਕਰ ਆਪਾਂ ਡਰਾ ਕਰਨਾ ਚਾਹੀਏ ਤਾਂ ਇਸ ਤਰ੍ਹਾਂ ਦੀ ਫਿਗਰ ਵਿੱਚ ਡਰਾ ਹੋਵੇਗਾ। ਠੀਕ ਹੈ ਜੀ। 68 ਨੰਬਰ ਕੁਐਸਚਨ ਦੀ ਗੱਲ ਕਰਦੇ ਹਾਂ। ਫਿਰ ਤੋਂ ਨॉन ਵਰਬਲ ਰੀਜ਼ਨਿੰਗ ਦਾ ਕੁਐਸਚਨ ਆਪਣੇ ਕੋਲ ਨਿਕਲ ਕੇ ਸਾਹਮਣੇ ਆ ਰਿਹਾ ਜੀ। ਨॉन ਵਰਬਲ ਰੀਜ਼ਨਿੰਗ ਦੇ ਸ਼ਾਇਦ 5 ਤੋਂ 6 ਕੁਐਸਚਨ ਇਸ ਸ਼ਿਫਟ ਤੇ ਆ ਚੁੱਕੇ ਹਨ ਜੀ। ਠੀਕ ਹੈ ਜੀ। ਸ਼ਾਇਦ ਜ਼ਿਆਦਾ ਹੀ ਪਾਰਟ ਇਸ ਵਿੱਚ ਨॉन ਵਰਬਲ ਰੀਜ਼ਨਿੰਗ ਦਾ ਪਾਇਆ ਗਿਆ ਹੈ। ਦੇਖੋ ਇਸ ਵਿੱਚ ਕੀ ਦਿੱਤਾ ਗਿਆ, ਇੱਕ ਘਨ। ਘਨ ਦਾ ਮਤਲਬ ਸਮਝਦੇ ਨਹੀਂ? ਘਨ ਦਾ ਮਤਲਬ ਹੁੰਦਾ ਕਿਊਬ, ਕਿਊਬੋਇਡ, ਕਿਊਬ, ਸੌਰੀ ਕਿਊਬ। ਕਿਊਬ ਆਪਾਂ ਪਾਸਾ, ਆਪਾਂ ਛੋਟੇ ਹੁੰਦੇ ਲਿਡੋ ਖੇਡਦੇ ਹੁੰਦੇ ਸੀਗੇ, ਉਸ 'ਚ ਡਾਈਸ ਹੁੰਦਾ ਸੀ ਇੱਕ। ਠੀਕ ਹੈ ਜੀ, ਜਿਹਦੇ ਵਾਸਤੇ ਆਪਾਂ ਲੜ ਪੈਂਦੇ ਸੀ ਕਈ ਵਾਰੀ। ਉਹੀ ਸੇਮ ਘਨ ਦੀ ਇੱਥੇ ਗੱਲ ਕੀਤੀ ਗਈ ਹੈ ਜੀ। ਕਹਿੰਦੇ ਇਸ ਤਰ੍ਹਾਂ ਆਪਾਂ ਉਸ ਨੂੰ ਅਸੈਂਬਲ ਕਰਨਾ ਹੈ, ਯਾਨੀ ਕਿ ਜੋੜਨਾ ਹੈ ਉਸਦੇ ਪਾਸਿਆਂ ਨੂੰ। ਉੱਥੇ 1 ਤੋਂ 6 ਲਿਖਿਆ ਹੁੰਦਾ ਸੀਗਾ ਜੀ, ਬਸ ਇੱਥੇ ਆਪਣੇ ਕੋਲ 6 ਸਾਈਨ ਦੇ ਦਿੱਤੇ ਗਏ ਹਨ। ਕਹਿੰਦੇ ਕਿਹੜਾ ਜੋੜਾ ਉਹ ਪੇਅਰ ਓਪੋਜ਼ਿਟ ਹੋਵੇਗਾ ਜੀ। ਚਲੋ ਆਪਾਂ ਇੱਕ ਵਧੀਆ ਜਿਹਾ ਡਾਇਸ ਡਰਾ ਕਰਦੇ ਹਾਂ। ਮੇਰੀ ਡਰਾਇੰਗ ਜ਼ਿਆਦਾ ਵਧੀਆ ਨਹੀਂ ਹੈਗੀ, ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਫਿਰ। ਇਸ ਦੇ 3 ਫੇਸ ਆਪਣੇ ਕੋਲ ਵਿਜ਼ੀਬਲ ਨੇ ਜੀ। ਇੱਕ ਇਸ ਸਾਈਡ ਹੋਵੇਗਾ, ਇੱਕ ਇਸ ਸਾਈਡ ਹੋਵੇਗਾ। ਠੀਕ ਹੈ ਜੀ। ਇੱਕ ਇਸ ਦੇ ਨੀਚੇ ਵਾਲਾ ਫੇਸ ਹੋਵੇਗਾ। ਹੁਣ ਜੇਕਰ ਆਪਾਂ ਇਸ ਨੂੰ ਅਸੈਂਬਲ ਕਰਨ ਦੀ ਗੱਲ ਕਰੀਏ, ਠੀਕ ਹੈ ਜੀ, ਹੈਸ਼ ਆਪਣੇ ਕੋਲ ਦਿੱਤਾ ਗਿਆ ਹੈ ਜੀ, ਹੈਸ਼ ਦੇ ਨਾਲ ਬਰਾਬਰ ਹੈ ਜੀ। ਇਸ ਦੇ ਬੈਕ ਸਾਈਡ ਉੱਤੇ ਇਹ ਡਾਲਰ ਵਾਲਾ ਸਾਈਨ ਚਲਾ ਜਾਵੇਗਾ ਜੀ। ਠੀਕ ਹੈ ਜੀ। ਹੈਸ਼ ਦੇ ਨਾਲ ਕੀ ਹੈ ਜੀ, @ ਹੈ ਜੀ। ਇਸ ਦੀ ਇਸ ਸਾਈਡ ਹੈਸ਼ ਦੇ ਨਾਲ ਕੀ ਆਵੇਗਾ, ਪਰਸੈਂਟੇਜ ਆ ਜਾਏਗਾ ਜੀ। ਜੇਕਰ ਆਪਾਂ ਨੀਚੇ ਵਾਲੇ ਦੀ ਗੱਲ ਕਰੀਏ ਤਾਂ ਆਪਣਾ ਕੋਲ ਇਹ ਚਲਾ ਜਾਵੇਗਾ, ਇਸ ਵਾਲਾ। ਹੁਣ ਇਹਨਾਂ ਨੇ ਕੀ ਕਿਹਾ ਕਿ ਹੈਸ਼ ਅਤੇ ਪਰਸੈਂਟੇਜ, ਹੈਸ਼ ਅਤੇ ਪਰਸੈਂਟੇਜ ਤਾਂ ਨਾਲ ਨਾਲ ਨਹੀਂ। ਆਪਸ਼ਨ ਨੰਬਰ ਏ ਆਪਣਾ ਗਲਤ ਹੈ। ਦੂਸਰੀ ਆਪਸ਼ਨ @ ਅਤੇ ਜ਼ਿਆਦਾ ਸਾਈਨ, @ ਅਤੇ ਜ਼ਿਆਦਾ ਸਾਈਨ ਦੋਨੋਂ ਨਾਲ ਨਾਲ ਨੇ ਜੀ। ਇਹ ਇੱਥੇ ਹੈ ਤੇ ਇਸ ਦੇ ਨਾਲ ਨੀਚੇ ਹੈ। ਆਪਸ਼ਨ ਨੰਬਰ ਬੀ ਆਪਣਾ ਆਨਸਰ ਨਹੀਂ ਹੈ। ਹੈਸ਼ ਅਤੇ ਬਰਾਬਰ ਆਪਾਂ ਨੂੰ ਪਤਾ ਲੱਗ ਰਿਹਾ ਜੀ, ਦੋਨੋਂ ਨਾਲ ਨਾਲ ਨੇ, ਆਪੋਜ਼ਿਟ ਕਿਵੇਂ ਹੋਣਗੇ। ਫਿਰ ਗੱਲ ਕਰਦੇ ਹਾਂ @ ਅਤੇ ਪਰਸੈਂਟੇਜ ਦੀ। ਬਿਲਕੁਲ ਸਹੀ ਹੈ ਜੀ। @ ਅਤੇ ਪਰਸੈਂਟੇਜ ਆਪੋਜ਼ਿਟ ਨੇ। ਆਪਸ਼ਨ ਨੰਬਰ ਡੀ ਆਪਣਾ ਆਨਸਰ ਹੈ। ਇਸ ਤਰ੍ਹਾਂ ਦੀ ਡਾਇਗਰਾਮ ਹੁੰਦੀ ਹੈ ਨਾ, 3 ਫੇਸ ਆਪਣੇ ਕੋਲ ਵਿਜ਼ੀਬਲ ਹੁੰਦੇ ਨੇ ਜੀ, 3 ਆਪਣੇ ਕੋਲ ਵਿਜ਼ੀਬਲ ਨਹੀਂ।
वो इस फॉर्म ਦੇ ਵਿੱਚ ਹੁੰਦੇ ਨੇ। ਇੱਕ ਇੱਥੇ ਹੋਵੇਗਾ ਜੀ, ਇੱਕ ਇੱਥੇ ਹੋਊਗਾ, ਇੱਕ ਨੀਚੇ। ਇਹ 3 ਡਾਇਮੈਂਸ਼ਨਲ ਫਿਗਰ ਦੇ ਵਿੱਚ ਆਉਂਦਾ ਹੈ। ਨੈਕਸਟ ਕੁਐਸਚਨ 69 ਨੰਬਰ ਆਪਣੇ ਕੋਲ ਆ ਰਿਹਾ ਜੀ। ਆਪਣੇ ਕੋਲ ਇੱਕ ਸੇਮ ਘਨ ਦਿੱਤਾ ਗਿਆ ਹੈ ਜੀ, ਸੇਮ ਇੱਕ ਡਾਈਸ ਹੈ ਜਿਵੇਂ ਆਪਾਂ ਪਹਿਲਾਂ ਡਰਾ ਕੀਤਾ ਜੀ। ਠੀਕ ਹੈ ਜੀ, ਕੋਸ਼ਿਸ਼ ਕਰਦੇ ਹਾਂ ਥੋੜਾ ਵਧੀਆ ਹੋ ਜੇ। ਤਿੰਨ ਫੇਸ ਵਿਜ਼ੀਬਲ ਨੇ ਜੀ, ਇੱਕ ਫੇਸ ਇਸ ਸਾਈਡ ਹੋਵੇਗਾ, ਇੱਕ ਇਸ ਸਾਈਡ ਹੋਵੇਗਾ, ਇੱਕ ਨੀਚੇ ਹੋਵੇਗਾ। ਠੀਕ ਹੈ ਜੀ, ਆਪਾਂ ਇਸ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਐਟ ਦੀ ਰੇਟ ਇੱਧਰ ਜਾ ਰਿਹਾ ਹੈ ਜੀ, ਡਾਲਰ ਇੱਥੇ ਹੈ, ਪਰਸੈਂਟੇਜ ਇੱਥੇ ਹੈ। ਠੀਕ ਹੈ ਜੀ, ਡਾਲਰ ਨਾਲ ਇੱਕ ਸਾਈਡ ਉੱਤੇ ਆਪਣੇ ਕੋਲ ਬਰਾਬਰ ਨਿਕਲ ਕੇ ਸਾਹਮਣੇ ਆ ਰਿਹਾ ਜੀ, ਦੂਸਰੀ ਸਾਈਡ ਹੈਸ਼ ਹੋਵੇਗਾ ਜੀ। ਜੇਕਰ ਆਪਾਂ ਨੀਚੇ ਗੱਲ ਕਰੀਏ ਤਾਂ ਪਲੱਸ ਦਾ ਸਾਈਨ ਆਵੇਗਾ। ਪੁੱਛਿਆ ਕੀ ਜਾ ਰਿਹਾ ਹੈ, ਅੱਗੇ ਦਿੱਤੇ ਵਿਕਲਪਾਂ ਵਿੱਚੋਂ ਕੰਨ ਦਾ ਕਿਹੜਾ ਨਿਰੂਪਣ ਸਹੀ ਹੈ, ਯਾਨੀ ਕਿ ਕੰਬਾਈਨ ਕਰ ਕਿਹੜਾ ਸਹੀ ਹੈ। ਦੇਖੋ ਜੀ, ਹੈਸ਼ ਹੈ, ਬਿਲਕੁਲ ਸਹੀ ਹੈ ਜੀ। ਹੈਸ਼ ਦੇ ਨਾਲ ਬਰਾਬਰ ਦਾ ਸਾਈਨ ਹੈ, ਜਦਕਿ ਹੈਸ਼ ਅਤੇ ਬਰਾਬਰ ਤਾਂ ਆਪੋਜ਼ਿਟ ਨੇ ਜੀ, ਇਹ ਆਪਸ਼ਨ ਆਪਣਾ ਆਨਸਰ ਨਹੀਂ ਹੋ ਸਕਦੀ। ਠੀਕ ਹੈ ਜੀ, ਫਿਰ ਕੀ ਦਿੱਤਾ ਹੈ, ਪਰਸੈਂਟੇਜ ਦੇ ਨਾਲ ਐਟ ਦੀ ਰੇਟ ਅਤੇ ਪਲੱਸ ਦਾ ਸਾਈਨ ਹਨ। ਪਰਸੈਂਟੇਜ ਦੇ ਨਾਲ ਐਟ ਦੀ ਰੇਟ ਤਾਂ ਆਪੋਜ਼ਿਟ ਹੈ ਜੀ, ਪਰਸੈਂਟੇਜ ਦੇ ਆਪਾਂ ਨੂੰ ਪਤਾ ਲੱਗਦਾ ਹੈ, ਪਰਸੈਂਟੇਜ ਇੱਥੇ ਹੈ, ਐਟ ਦੀ ਰੇਟ ਇਸ ਦੇ ਆਪੋਜ਼ਿਟ ਹੋਊਗਾ। ਠੀਕ ਹੈ ਜੀ, ਨਹੀਂ ਆਪਣਾ ਆਨਸਰ ਹੋ ਸਕਦਾ। ਜੇਕਰ ਆਪਾਂ ਤੀਸਰੀ ਆਪਸ਼ਨ ਦੀ ਗੱਲ ਕਰੀਏ, ਹੈਸ਼ ਪਲੱਸ ਅਤੇ ਪਰਸੈਂਟੇਜ। ਹੈਸ਼ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਦੋਸਤੋ, ਹੈਸ਼ ਇੱਥੇ ਹੈ ਜੀ, ਹੈਸ਼ ਦੇ ਨਾਲ ਪਲੱਸ ਹੈ, ਨੀਚੇ ਹੈ ਜੀ ਉਸਦੇ ਪਰਸੈਂਟੇਜ ਵੀ ਹੈ। ਦੋਨੋਂ ਬਿਲਕੁਲ ਸਹੀ ਹੈ ਜੀ, ਆਪਸ਼ਨ ਨੰਬਰ ਸੀ ਸਹੀ ਹੈ। ਆਪਾਂ ਡੀ ਆਪਸ਼ਨ ਚੈੱਕ ਕਰਦੇ ਹਾਂ। ਐਟ ਦੀ ਰੇਟ, ਪਰਸੈਂਟੇਜ ਅਤੇ ਬਰਾਬਰ। ਐਟ ਦੀ ਰੇਟ ਦੇ ਨਾਲ ਬਰਾਬਰ ਦਾ ਹੈ ਜੀ, ਪਰਸੈਂਟੇਜ ਉਸ ਦੇ ਆਪੋਜ਼ਿਟ ਹੈ, ਤੇ ਡੀ ਆਪਣਾ ਆਨਸਰ ਕਦੇ ਵੀ ਨਹੀਂ ਹੋ ਸਕਦਾ। ਸੀ ਆਪਣੇ ਕੋਲ ਆਪਣਾ ਆਨਸਰ ਆ ਚੁੱਕਿਆ ਜੀ। 69 ਨੰਬਰ ਕੁਐਸਚਨ ਦਾ ਆਨਸਰ ਡੀ ਹੈ, ਸੀ ਹੈ। ਠੀਕ ਹੈ ਜੀ, 70 ਨੰਬਰ ਕੁਐਸਚਨ ਫਿਰ ਤੋਂ ਆਪਾਂ ਨੂੰ ਅਲਫਾਬੈਟਿਕਲ ਫਾਰਮ ਦੇ ਵਿੱਚ ਮਿਸਿੰਗ ਸੀਰੀਜ਼ ਦਾ ਇੱਕ ਪੇਅਰ ਫਾਈਂਡ ਕਰਨਾ ਹੈ ਜੀ। ਪੀ ਕਿਊ ਆਪਾਂ ਨੂੰ ਦਿੱਤਾ ਹੈ, ਦੂਸਰੀ ਆਪਾਂ ਨੇ ਪੇਅਰ ਫਾਈਂਡ ਕਰਨਾ ਹੈ, ਬੀ ਡਬਲਿਊ ਦਿੱਤਾ ਹੈ ਤੇ ਵਾਈ ਜ਼ੈਡ। ਦੋਸਤੋ ਜੇਕਰ ਆਪਾਂ ਸੈਕਿੰਡ ਪੇਅਰ ਫਾਈਂਡ ਕਰਨਾ ਹੈ ਨਾ ਜੀ, ਆਪਾਂ ਨੂੰ ਤੀਜਾ ਤੇ ਚੌਥਾ ਪੇਅਰ ਦਿੱਤਾ ਹੈ, ਤਾਂ ਆਪਾਂ ਪਹਿਲਾਂ ਤੀਜੇ ਤੇ ਚੌਥੇ ਬਾਰੇ ਦੇਖਾਂਗੇ ਵੀ ਉਸਦਾ ਕੋਈ ਸਿਸਟੇਮੈਟਿਕ ਰਿਲੇਸ਼ਨ ਹੈ ਉਹ ਕੀ ਹੈ। ਦੇਖੋ ਵੀ ਅਤੇ ਡਬਲਿਊ ਦਿੱਤਾ ਹੈ, ਉਸ ਤੋਂ ਬਾਅਦ ਇੱਕ ਛੱਡਿਆ ਗਿਆ ਹੈ ਜੀ ਐਕਸ। ਠੀਕ ਹੈ ਜੀ, ਵਾਈ ਜ਼ੈਡ ਹੈ। ਫਿਰ ਜੇਕਰ ਆਪਾਂ ਪੀ ਕਿਊ ਤੋਂ ਬਾਅਦ ਨੈਕਸਟ ਡਿਜਿਟ ਜੋ ਆਰ ਹੈ ਆਪਾਂ ਛੱਡ ਦਈਏ ਤਾਂ ਕੀ ਆਏਗਾ, ਐਸ ਅਤੇ ਟੀ ਆਏਗਾ। ਠੀਕ ਹੈ ਜੀ, ਐਸ ਅਤੇ ਟੀ ਆਪਸ਼ਨ ਦੇ ਵਿੱਚ ਹੈ, ਆਪਸ਼ਨ ਏ ਆਪਣਾ ਆਨਸਰ ਹੋ ਸਕਦਾ ਹੈ। ਤਾਂ ਮਤਲਬ ਮੇਰਾ ਇੱਥੇ ਇਹ ਹੈ ਕਿ ਆਪਾਂ ਹਾਲੇ ਤੱਕ ਆਪਣੇ ਆਨਸਰ ਨੂੰ ਪ੍ਰੂਵ ਨਹੀਂ ਕੀਤਾ। ਪ੍ਰੂਵ ਕਿੱਦਾਂ ਹੋਏਗਾ ਜੀ, ਪੀ ਕਿਊ ਤੋਂ ਬਾਅਦ ਆਪਾਂ ਨੇ ਇੱਕ ਅਲਫਾਬੈਟ ਛੱਡਿਆ ਆਰ, ਵੀ ਡਬਲਿਊ ਤੋਂ ਬਾਅਦ ਸੇਮ ਇੱਥੇ ਇੱਕ ਅਲਫਾਬੈਟ ਛੱਡਿਆ ਜੀ ਐਕਸ, ਐਸ ਟੀ ਦੇ ਵਿਚਾਲੇ ਜੇਕਰ ਇੱਕ ਅਲਫਾਬੈਟ ਯੂ ਛੱਡਦੇ ਆ ਤਾਂ ਵੀ ਡਬਲਿਊ ਹੋਣਾ ਚਾਹੀਦਾ। ਬਿਲਕੁਲ ਸਹੀ ਹੈ ਜੀ, ਆਪਸ਼ਨ ਨੰਬਰ ਏ ਆਪਣਾ ਐਸ ਅਤੇ ਟੀ ਆਪਣਾ ਆਨਸਰ ਹੈ ਜੀ। 71 ਨੰਬਰ ਕੁਐਸਚਨ ਫਿਰ ਤੋਂ ਬਲੱਡ ਰਿਲੇਸ਼ਨ ਦਾ ਨਿਕਲ ਕੇ ਸਾਹਮਣੇ ਆ ਰਿਹਾ ਜੀ ਆਪਣੇ ਕੋਲ। ਦੇਖਦੇ ਹਾਂ, ਜੇਕਰ ਐਮ ਐਨ ਦੇ ਪੁੱਤਰ ਦੀ ਮਾਂ ਦਾ ਭਰਾ ਹੈ। ਦੇਖੋ ਜੀ, ਐਮ ਦਾ ਜੈਂਡਰ ਪਤਾ ਹੈ, ਮੇਲ ਹੈ ਜੀ, ਭਰਾ ਹੈ। ਜੇਕਰ ਐਮ ਐਨ ਦੇ ਪੁੱਤਰ ਦੀ ਮਾਂ, ਠੀਕ ਹੈ ਜੀ, ਜੇਕਰ ਐਮ ਐਨ ਦੇ ਪੁੱਤਰ ਦੀ ਮਾਂ ਦਾ ਭਰਾ ਹੈ, ਇਸ 'ਚ ਆਪਾਂ ਦੇਖਦੇ ਹਾਂ ਜੀ ਕੋਈ ਪਰਸਨ ਐਨ ਹੈ, ਆਪਾਂ ਨੂੰ ਨਹੀਂ ਪਤਾ ਉਸਦਾ ਜੈਂਡਰ ਕੀ ਹੈ। ਐਨ ਦਾ ਕੋਈ ਪੁੱਤਰ ਹੈ ਜੀ, ਠੀਕ ਹੈ ਜੀ, ਉਸਦੀ ਮਾਂ ਬਾਰੇ ਦੱਸਿਆ ਗਿਆ। ਜੇਕਰ ਮਾਂ ਹੈ ਤਾਂ ਐਨ ਉਸਦਾ ਪਿਤਾ ਹੋਵੇਗਾ। ਐਨ ਦੇ ਪੁੱਤਰ ਦੀ ਮਾਂ ਦਾ ਭਰਾ ਹੈ ਐਮ। ਆਪਣੇ ਕੋਲ ਇਹੀ ਨਿਕਲ ਕੇ ਸਾਹਮਣੇ ਆ ਰਿਹਾ ਜੀ ਕਿ ਜੇਕਰ ਐਮ ਜੋ ਹੈ, ਠੀਕ ਹੈ ਜੀ, ਐਨ ਦੇ ਪੁੱਤਰ ਦੀ ਮਾਂ ਦਾ ਭਰਾ ਹੈ, ਠੀਕ ਹੈ ਜੀ, ਤਾਂ ਐਮ ਅਤੇ ਐਨ, ਤਾਂ ਐਮ ਦਾ ਐਨ ਨਾਲ ਕੀ ਰਿਸ਼ਤਾ ਹੈ, ਐਮ ਦਾ ਐਨ ਨਾਲ ਕੀ ਰਿਸ਼ਤਾ ਹੈ, ਇਹ ਉਸਦੀ ਪਤਨੀ ਹੋ ਜਾਏਗੀ ਜੀ ਐਨ ਦੀ। ਠੀਕ ਹੈ ਜੀ, ਐਮ ਦੀ ਭੈਣ ਹੋ ਜਾਏਗੀ ਇਹ ਜੋ ਫੀਮੇਲ ਹੈ, ਇਸ ਦੀ ਮਾਂ, ਐਨ ਦੀ ਵਾਈਫ ਐਮ ਦੀ ਭੈਣ ਹੈ ਜੀ। ਤਾਂ ਕਰਕੇ ਐਮ ਦਾ ਐਨ ਨਾਲ ਕੀ ਰਿਸ਼ਤਾ ਹੈ, ਤਾਂ ਐਮ ਐਨ ਦੀ ਭੈਣ ਦਾ ਪਤਨੀ ਦਾ ਭਰਾ ਹੋ ਜਾਏਗਾ ਜੀ। ਐਨ ਦੀ ਵਾਈਫ ਹੈ, ਉਸਦਾ ਭਰਾ ਹੈ ਜੀ ਐਮ। ਠੀਕ ਹੈ ਜੀ, ਆਪਸ਼ਨ ਨੰਬਰ ਬੀ ਸਹੀ ਆਨਸਰ ਹੈ ਜੀ। 72 ਨੰਬਰ ਕੁਐਸਚਨ ਵੱਲ ਆਪਾਂ ਮੂਵ ਕਰਦੇ ਹਾਂ। ਫਿਰ ਤੋਂ ਪੇਅਰ ਦੀ ਫਾਰਮ ਦੇ ਵਿੱਚ ਮਿਸਿੰਗ ਅਲਫਾਬੈਟਿਕਲ ਸੀਰੀਜ਼ ਦਾ ਕੁਐਸਚਨ ਪੁੱਛਿਆ ਗਿਆ। ਠੀਕ ਹੈ ਜੀ ਦੋਸਤੋ, ਇਸ ਤਰ੍ਹਾਂ ਦੇ ਕੁਐਸਚਨ ਨੂੰ ਆਪਾਂ ਫਿਰ ਉਸੇ ਫਾਰਮ ਦੇ ਵਿੱਚ ਕਰਾਂਗੇ। ਪਹਿਲਾਂ ਆਪਾਂ ਨੂੰ ਸੀ ਦਿੱਤਾ ਹੈ ਜੀ, ਠੀਕ ਹੈ ਜੀ, ਪਹਿਲਾ ਅਲਫਾਬੈਟ ਆਪਾਂ ਪਹਿਲੇ ਪੇਅਰ ਚੋਂ ਲੈ ਰਹੇ ਹਾਂ, ਦੂਸਰਾ ਅਲਫਾਬੈਟ ਆਪਾਂ ਨੂੰ ਪਤਾ ਨਹੀਂ, ਦੂਸਰੇ ਪੇਅਰ ਦਾ ਪਹਿਲਾ ਅਲਫਾਬੈਟ ਆਪਾਂ ਨੂੰ ਪਤਾ, ਤੀਸਰੇ ਪੇਅਰ ਦਾ ਪਹਿਲਾ ਅਲਫਾਬੈਟ ਆਪਾਂ ਨੂੰ ਪਤਾ ਹੈ ਜੀ, ਚੌਥੇ ਪੇਅਰ ਦਾ ਪਹਿਲਾ ਅਲਫਾਬੈਟ ਆਪਾਂ ਨੂੰ, ਪਹਿਲੇ ਪੇਅਰ ਦਾ ਦੂਸਰਾ ਅਲਫਾਬੈਟ ਪਤਾ ਹੈ, ਦੂਜੇ ਪੇਅਰ ਦਾ ਅਲਫਾਬੈਟ ਆਪਾਂ ਨੂੰ ਪਤਾ ਨਹੀਂ ਜੀ ਦੂਸਰਾ, ਤੀਸਰੇ ਪੇਅਰ ਦਾ ਦੂਸਰਾ ਅਲਫਾਬੈਟ ਪਤਾ ਹੈ, ਤੀਸਰੇ ਪੇਅਰ ਦਾ ਦੂਸਰਾ, ਚੌਥੇ ਪੇਅਰ ਦਾ ਦੂਸਰਾ ਅਲਫਾਬੈਟ ਆਪਾਂ ਨੂੰ ਪਤਾ ਹੈ।
पहले पेयर का तीसरा अल्फाबेट पता है जी, दूजे पेयर का नहीं पता तीसरा अल्फाबेट, चौथे पेयर का तीसरे पेयर का तीसरा अल्फाबेट भी पता है जी, चौथे पेयर का तीसरा अल्फाबेट भी पता है। आप देख सकते हैं ये एक सीक्वेंस है, EFCDEF होएगा, HIJK होएगा, MNO होएगा, तो यह DIN अपना आंसर होगा। इतने एन है जी, DIN ऑप्शन नंबर सी दे विच है, बिल्कुल सही है जी, सी ऑप्शन अपना आंसर है। नैक्सट क्वेश्चन 73 नंबर कोडिंग डिकोडिंग की फॉर्म दे ब्लड रिलेशन का क्वेश्चन आ रहा है जी। कोडिंग डिकोडिंग की फॉर्म दे विच पूछा गया, इन्होंने कहा A डिवाइड बाय B, आप A डिवाइड बाय B का मतलब देखते हैं जी। A डिवाइड बाय B का अर्थ है कि A B की माता है, ठीक है जी, B का जेंडर अपन नहीं पता। फिर B माइनस C बारे आप देखते हैं, B माइनस C का अर्थ है B भरा है जी C का, यानी कि A ਦੇ दो बच्चे B ਅਤੇ C ਆਪਾਂ ਨੂੰ पता लगते हैं जी। C गुना D का अर्थ है कि C पिता है जी D का, ठीक है जी, C पिता है D का जेंडर ਆਪਾਂ ਨੂੰ नहीं पता, पर ਆਪਾਂ ਨੂੰ A ਬਾਰੇ ਪੁੱਛਿਆ ਗਿਆ ਹੈ ਜੀ। B ਅਤੇ C A ਦੇ ਦੋ ਪੁੱਤਰ ਹਨ, ਆਪਾਂ ਨੂੰ ਡਾਇਗ੍ਰਾਮ ਚ ਡਰਾ ਹੋ ਕੇ ਕਨਫਰਮ ਹੋ ਚੁੱਕਿਆ ਜੀ। B ਅਤੇ C ਦੀ ਮਾਤਾ A ਹੈ, D C ਦਾ ਬੱਚਾ ਹੈ, ਔਲਾਦ ਹੈ, ਆਪਾਂ ਨਹੀਂ ਉਸਦਾ ਜੈਂਡਰ ਫਾਈਂਡ ਕਰ ਸਕਦੇ ਜੀ। ए ਦਾ डी ਨਾਲ ਕੀ ਰਿਸ਼ਤਾ ਹੈ ਪੁੱਛਿਆ ਬਾਰੇ, A ਦਾ D ਨਾਲ ਕੀ ਰਿਸ਼ਤਾ ਹੋਵੇਗਾ, ਇਹ ਦਾਦੀ ਹੋਵੇਗੀ ਜੀ, ਸੌਰੀ ਕਿਤੇ ਨਾ ਕਿਤੇ ਆਪਾਂ ਮਿਸਟੇਕ ਕਰ ਰਹੇ ਹਾਂ ਜੀ। ਆਂਸਰ A ਡਿਵਾਈਡ ਬਾਈ B ਦਿੱਤਾ ਗਿਆ ਹੈ ਜੀ। ਪਹਿਲਾਂ ਆਪਾਂ ਨੂੰ A ਡਿਵਾਈਡ ਬਾਈ B ਦਾ ਮਤਲਬ ਕੀ ਹੈ ਕਿ A B ਦੀ ਮਾਤਾ ਹੈ, ਠੀਕ ਹੈ ਜੀ। B ਮਾਈਨਸ C ਬਾਰੇ ਕੀ ਦਿੱਤਾ ਗਿਆ ਹੈ ਕਿ B ਭਰਾ ਹੈ C ਦਾ, ਠੀਕ ਹੈ ਜੀ। C ਗੁਣਾ D ਬਾਰੇ ਦੱਸਿਆ ਗਿਆ ਹੈ ਕਿ C D ਦਾ ਪਿਤਾ ਹੈ। A ਦਾ D ਨਾਲ ਕੀ ਰਿਸ਼ਤਾ ਹੈ, A D ਦੇ ਪਿਤਾ ਦੀ ਮਾਤਾ ਹੈ, ਸਹੀ ਹੈ ਜੀ, ਬਿਲਕੁਲ ਦਾਦੀ ਹੀ ਆਏਗਾ, ਪਰ ਇਹਨਾਂ ਨੇ ਆਪਸ਼ਨ ਦੇ ਵਿੱਚ ਥੋੜਾ ਉਲਝਾਇਆ ਹੋਇਆ, ਆਪਾਂ ਨੂੰ ਪਿਤਾ ਦੀ ਮਾਤਾ ਦਿੱਤਾ ਗਿਆ। ਪਿਤਾ ਦੀ ਮਾਤਾ ਦੀ ਜੇਕਰ ਗੱਲ ਕਰੀਏ ਆਪਾਂ, ਆਪਣੇ ਪਿਤਾ ਦੀ ਮਾਤਾ ਕੌਣ ਹੋਏਗੀ, ਆਪਣੀ ਦਾਦੀ ਹੋਏਗੀ ਜੀ। ਆਪਸ਼ਨ ਨੰबर A ਆਪਣਾ ਸਹੀ ਆंसर ਹੈ। ਦੇਖੋ ਐਗਜ਼ਾਮੀਨਰ ਜੇਕਰ ਕੁਐਸਚਨ ਟਫ ਨਹੀਂ ਪਾ ਰਿਹਾ ਤਾਂ ਆंसर ਨੂੰ ਜਾਂ ਆਪਸ਼ਨਸ ਨੂੰ ਇਸ ਤਰ੍ਹਾਂ ਟਫ ਪਾਏਗਾ ਕਿ ਆਪਾਂ ਗਲਤ ਟਿਕ ਕਰਕੇ ਆਈਏ ਤੇ ਆਪਣੇ ਮਾਰਕਸ ਕਟਵਾਈਏ। ਆਪਾਂ ਨਹੀਂ ਕਰਨਾ, ਜੇਕਰ ਆਪਾਂ ਇਹੋ ਜਿਹੀ ਪ੍ਰੈਕਟਿਸ ਕੀਤੀ ਹੋਊਗੀ, ਇਹੋ ਜਿਹੇ ਕੁਐਸਚਨਾਂ ਦੀ, ਇਹੋ ਜਿਹੀ ਸਟੇਟਮੈਂਟ ਦੀ, ਇਹੋ ਜਿਹੇ ਆਪਸ਼ਨਸ ਦੀ, ਤੇ ਆਪਸ਼ਨ ਐਲੀਮੀਨੇਸ਼ਨ ਦਾ ਮੈਥਡ ਆਪਾਂ ਨੂੰ ਆਉਂਦਾ ਹੋਊਗਾ, ਠੀਕ ਹੈ ਜੀ, ਆਪਾਂ ਵਧੀਆ ਪੇਪਰ 'ਚ ਪਰਫਾਰਮ ਕਰਾਂਗੇ ਤੇ ਆਪਣੇ ਆਉਣ ਵਾਲੇ ਏਮਸ ਨੂੰ ਆਪਾਂ ਜੋ ਅਚੀਵ ਕਰਾਂਗੇ, ਜੋ ਆਪਣੇ ਟਾਰਗੇਟ ਨੇ, ਠੀਕ ਹੈ ਜੀ, ਇੱਕ ਵਧੀਆ ਵੇ ਨਾਲ, ਇੱਕ ਵਧੀਆ ਪ੍ਰੋਗਰੈਸਿਵ ਵੇ 'ਚ ਆਪਾਂ ਆਪਣੀ ਤਿਆਰੀ ਨੂੰ ਅੱਗੇ ਵਧਾਵਾਂਗੇ, ਠੀਕ ਹੈ ਜੀ। 74 ਨੰਬਰ ਕੁਐਸਚਨ ਆਪਣੇ ਕੋਲ ਨਿਕਲ ਕੇ ਜੋ ਸਾਹਮਣੇ ਆ ਰਿਹਾ ਹੈ ਜੀ ਸਿਲੋਸ ਤੋਂ। ਇਸ 'ਚ 3 ਕਥਨ ਦਿੱਤੇ ਗਏ ਹਨ, ਕਹਿੰਦੇ ਕੁਛ ਦੇਵਤੇ ਸ਼ੈਤਾਨ ਹਨ, ठीक है जी, कुछ देवते शैतान हैं, ये वाला क्वेश्चन अपन ने दोनों का कॉमन ले लिया। कोई भी शैतान कहते दैंत नहीं, ठीक है जी, आप दैंत वाला सर्कल ड्रा कर लिया। फिर कहते सारे दैंत ही रब हैं, ठीक है जी, आप लिख लिया सारे दैंत ही रब हैं। हुण सारे शैताना दे रब होने की संभावना है जी, देखो सारे शैतान रब हो सकते हैं जी, क्योंकि ये सर्कल दैंत नहीं हो सकता, पर यह सारा सर्कल रब हो सकता है, शैतान वाला क्वेश्चन इस जा सकता है, बिल्कुल सही है जी। फिर दिता गया है जी कि कुछ शैतान रब, कुछ शैतान रब हैं, आपां नूं नहीं पता जी है या नहीं है, ठीक है जी, मतलब इन्होंने एग्जैक्ट पूछा, जेकर आप पॉसिबिलिटी का केस देखिए तो हो सकता है इत्थे शैतान वाला सर्कल आप ड्रा कर सकते हैं, पर कुछ शैतान रब हैं। यूनीवर्सल डायग्राम है ना जी, इस तो आप नहीं चेक कर सकते, ठीक है जी, यूनीवर्सल जो आपां नूं डायग्राम दी गई है उस तो आप नहीं ये फाइंड कर सकते, तो ऑप्शन नंबर कंक्लूजन ए अपने को सही है जी, कंक्लूजन बी अपना गलत है। तो ऑप्शन का आंसर की गल करिए तो केवल सिट्टा एक पालना करता है, ओनली वन फॉलोज अपना आंसर होएगा। अज का लास्ट 75 नंबर क्वेश्चन है जी, अपने 20 क्वेश्चन रीजनिंग के आप डेली कोशिश है कि डिस्कस कराया करांगे तुहाडे लई आउण वाले अपकमिंग एग्जाम की वधिया तैयारी लिए। आप प्रीवियस ईयर का रोज़ एक पेपर डिस्कस करन दा इत्थे कोशिश करांगे, जिमें जिमें तुहाडा प्यार ते सहयोग मिलता रहूगा, तुसीं लाइक सबसक्राइब ते शेयर करोगे, तुहाडे लई आपां इस सीरीज़ नूं अगे वधावांगे। जल्द ही जादू एजुकेशन की टीम मैथ, इंग्लिश, जीके, कंप्यूटर दीयां क्लासिस नूं अपना कंटिन्यू करते हुए आपां स्टार्ट करते हैं जी, उसकी प्लेलिस्ट क्रिएट करांगे, ठीक है जी। अज 75 नंबर क्वेश्चन देखते हैं जी। अज का जो अपना लास्ट क्वेश्चन है, दावा किया गया है जी कि कश्मीर जो है दिल्ली तो ठंडा है, ठीक है जी, कश्मीर दिल्ली तो ठंडा है। अपन नॉर्थ इंडिया वाले हैं जी, पंजाब वाले हैं, सबनों पता है कि कश्मीर तो दिल्ली तो वैसे ही ठंडा है,
कश्मीर तो पंजाब तो भी ठंडा होंदा है, ठीक है। चलो दावा करते हैं कि कश्मीर दिल्ली तो ठंडा है, दावा किया गया जी उन्हां द्वारा। कारण दस्सिया जा रहा है कि कश्मीर दिल्ली की तुलना में ज़्यादा ऊंचाई है। बिल्कुल सही है, दोनों गल्लां सही ने। देखो कश्मीर दिल्ली तो ठंडा है, ये भी गल सही है। कश्मीर दिल्ली की तुलना में ज़्यादा ऊंचाई ते है, ठीक है जी, ये भी सही है। हुण आपां पहलां अपनी स्टेटमेंट पढ़ते हैं, की कहा जा रहा है। हेठां दिते प्रश्नां विचों दो कथनां नूं दावा ए ਅਤੇ ਕਾਰਨ ਵਜੋਂ ਚਿੰਨ੍ਹਿਤ ਕੀਤਾ ਗਿਆ। ਆਪਣੇ ਉੱਤਰ ਨੂੰ ਵਿਕਲਪਾਂ ਵਿੱਚ ਦਿੱਤੇ ਕੋਡਾਂ ਅਨੁਸਾਰ ਚਿੰਨ੍ਹਿਤ ਕਰੋ, ਠੀਕ ਹੈ ਜੀ। ਹੁਣ ਆਪਾਂ ਨੂੰ ਪਤਾ ਲੱਗ ਗਿਆ ਦੋਨੋਂ ਸਹੀ ਨੇ। ਆਪਾਂ ਦੇਖਦੇ ਹਾਂ ਕੀ ਹੈ ਜੀ। ਦੇਖੋ ਪਹਿਲੀ ਆਪਸ਼ਨ ਕੀ ਹੈ, ਦੋਵੇਂ ਏ ਅਤੇ ਆਰ ਸੱਚ ਹਨ, ਇੱਥੇ ਤੱਕ ਸਹੀ ਹੈ ਜੀ। आर ए की सही व्याख्या है, बिल्कुल सही है जी। आर जो है अपना कारण है, आर अपना कारण है जी। ए की व्याख्या है कि कश्मीर दिल्ली तो ठंडा इसलिए है क्योंकि दोनों कश्मीर ज़्यादा ऊंचाई पे है, ठीक है जी। ऑप्शन नंबर ए अपना आंसर होगा, ठीक है जी। आप देखते हाँ बाकी ऑप्शन भी दोवें ए और आर सच हैं, पर आर ए की सही व्याख्या नहीं, ठीक है जी। नहीं अपन पता है जेकर ज़्यादा ऊंचाई वाल जाने आप एटमोसफीयर च आप ठंड वधदी जाती है, ठीक है जी। तां करके डी ऑप्शन अपना आंसर नहीं है। ए सही है पर आर गलत है, दोनों ही चीज़ां सही ने। ऑप्शन नंबर सी भी अपना आंसर नहीं हो सकता, ए गलत है पर आर सही है। ऑप्शन नंबर डी भी अपना आंसर नहीं हो सकता। ऑप्शन नंबर ए अपना सही आंसर है जी, बिल्कुल सही है। सटीक आंसर ऑप्शन नंबर ए है। इस तरह के कोज और इफैक्ट वाले या डिसीजन मेकिंग वाले जो भी नॉन वर्बल के पार्ट हैं या उस दे क्वेश्चन हैं, उन्होंने आप डिटेल के वधिया वे दे नाल डिस्कस करांगे जल्दी। उस लिए क्लास या एक सैशन लैके आवांगे, ठीक है जी। तो अज तो आप यही क्लास में इस सैशन में इत्थे ओवर करते हैं जी। अज 20 क्वेश्चन आप इत्थे डिस्कस कर चुके हैं। आने वाले दिनों के होर भी क्लासेस तुहाडे लई इसे तरह लैके आवांगे जी, ठीक है। उम्मीद है तुसीं इसे तरह प्यार सत्कार ते अपना जो सहयोग है सानूं दिंदे रहोगे। ਵੱਧ ਤੋਂ ਵੱਧ इसनूं लाइक सबसक्राइब ਅਤੇ शेयर करिए जी। यादू एजुकेशन की टीम ਨੂੰ ਤੁਹਾਡੇ ਵੱਲੋਂ मोटिवेशन मिलती रहे ताकि ਅਸੀਂ ਨਵੇਂ-ਨਵੇਂ ਇਨੀਸ਼ੀਏਟਿਵ जो है जल्द ਤੋਂ जल्द ਤੁਹਾਡੇ ਲਈ ਲੈ ਕੇ ਆ ਸਕੀਏ। ਅਤੇ ਇੱਕ ਹੋਰ ਇਨਫੋਰਮੇਸ਼ਨ ਹੈ ਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ यादू एजुकेशन ਦੀ ਟੀਮ ਵੱਲੋਂ यादू एजुकेशन ਵੱਲੋਂ ਆਪਣੀ ਬੁੱਕ ਪੰਜਾਬ ਦੇ ਹਿਸਟਰੀ ਦੇ ਪ੍ਰੀਵੀਅਸ ਈਅਰ ਦੀ ਲਾਂਚ ਕੀਤੀ ਜਾ ਚੁੱਕੀ ਹੈ, ਠੀਕ ਹੈ ਜੀ। ਜੇਕਰ ਕੋਈ ਬੱਚਾ ਮਾਸਟਰ ਕੇਡਰ ਦੀ ਤਿਆਰੀ ਕਰ ਰਿਹਾ ਹੈ ਜਾਂ ਪੰਜਾਬ ਦੇ ਹੋਰ ਕਿਸੇ ਪੇਪਰ ਲਈ ਹਿਸਟਰੀ ਦੇ ਕੁਐਸਚਨ ਲਗਾਉਣਾ ਚਾਹੁੰਦਾ ਹੈ, MCQ ਫਾਰਮੈਟ ਦੇ ਵਿੱਚ ਹੈ ਜੀ। MCQ ਫਾਰਮੈਟ ਦੇ ਵਿੱਚ ਪੰਜਾਬੀ ਲੈਂਗੁਏਜ ਦੇ ਵਿੱਚ ਸਭ ਤੋਂ ਪਹਿਲੀ ਕਿਤਾਬ ਹੈ ਜੀ ਸਾਡੀ ਪੰਜਾਬੀ ਲੈਂਗੁਏਜ ਦੇ ਵਿੱਚ ਜੋ ਆਈ ਹੈ, ਠੀਕ ਹੈ ਜੀ। ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਇਸ ਕਿਤਾਬ ਦਾ ਲਿੰਕ ਦੇ ਦਾਂਗੇ, ਇਸ ਦੇ ਰਿਵਿਊ ਤੁਸੀਂ ਚੈੱਕ ਕਰ ਸਕਦੇ ਹੋ। ਇਸ ਨੂੰ ਆਨਲਾਈਨ ਆਰਡਰ ਕਰ ਸਕਦੇ ਹੋ ਤੁਸੀਂ यादू एजुकेशन ਦੀ ਟੀਮ ਵੱਲੋਂ, ਜਾਂ ਆਨਲਾਈਨ ਜਾਂ ਆਫਲਾਈਨ ਕਿਤਾਬਾਂ ਵਾਲੀਆਂ ਦੁਕਾਨਾਂ ਤੋਂ ਤੁਸੀਂ ਇਸ ਨੂੰ ਲੈ ਸਕਦੇ ਹੋ। ਇਸ ਬੁੱਕ ਨੂੰ ਤੁਸੀਂ ਇੰਡੈਕਸ ਦੇਖਿਓ, ਇਸ ਦੇ ਰਿਵਿਊ ਦੇਖਿਓ, ਤਾਂ ਕਿ ਤੁਸੀਂ पंजाबी मीडियम से जो बच्चे हिस्टरी के सैक्शन की तैयारी करना चाहते हैं वो अपनी तैयारी एक वधिया मुकाम तक लैके जा सकें। दूसरी गल है जी, आप आने वाले समय के सिर्फ हिस्टरी की गल नहीं करनी, आप पोलीटिकल की, जियोग्राफी की या होर भी कंसैप्ट जो MCQ फॉर्मेट के विच ने आप पंजाबी लैंगुएज तुहाडे सामने पेश करांगे, लैके आवांगे, चाहे वो किताब के रूप च हो चाहे ऑनलाइन क्लासेस के रूप च हो, ठीक है जी। जिस तरह के भी इनीशिएटिव यादू एजुकेशन की टीम तुहाडे लई लैके आवेगी, वध तो वध उसका फायदा उठाओ जी। ਤੁਸੀਂ ਵੀ ਕੋਸ਼ਿਸ਼ ਕਰੋ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਠੀਕ ਹੈ। ਚਲੋ ਮਿਲਦੇ ਹਾਂ ਜੀ ਫਿਰ ਨੈਕਸਟ ਕਲਾਸ ਵਿੱਚ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਥੈਂਕ ਯੂ।